ਗੁਰੂ ਨਾਨਕ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨੇ ਕੰਦਨ ਗੁਰ ਅਮਰਦਾਸ ਹਿਰਦੈ ਨਿਤ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘ ਨਾਨਕੇ ਹਰ ਗੋਬਿੰਦ ਸ਼ੁਭ ਸੁਮਤ ਪਰਕਾ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਜੀ ਪੁੰਨ ਸੀਸ ਬੰਦੋਂ ਬਾਰੰਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਉਪਜਿਓ ਗਰਭ ਨਾ ਮੋਹ ਬਿਨਿਆਨਾ। ਮੈਂ ਕਹਿ ਉਸਤਤ ਕਰੋ ਬਖਾਨਾ। ਕਰਨ ਕਰਾਵਨ ਮੈਂ ਕਰਤਾਰਾ। ਅਪਰ ਨ ਹੈ ਕੋ ਸਿਰਜਨਹਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, सतगुरु श्री गुरु ग्रंथ साहिब सच्चे पातशाह जी महाराजियों की पावन पवित्र मुबारक हजूरी अंदर भावना अदब अकीदत नाल नमस्कार करके जन्म सफला रहे सतसंगी जनो। सतगुरु महाराज धन धन श्री गुरु नानक देव सच्चे पातशाह जियों की पावन चल रही जीवन दी लड़ीवार कथा विचार भावना अदब अकीदत नाल श्रवण करन वास्ते महाराजियों की पावन पवित्र हजूरी विच जुड़ बैठे हाँ।
ਲੜੀਵਾਰ ਕਥਾ ਜੋੜਨ ਹਿਤ ਕੱਲ ਰੋਜ਼ ਜੋ ਸ਼ਰਵਣ ਕੀਤਾ ਸੀ, ਪੰਛੀ ਝਾਤ ਲਾਈਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕੁਝ ਸਾਧੂ ਲੋਕ ਮਿਲਦੇ ਹਨ। ਮਿਲ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੂੰ ਉਸ ਪਰਿਪੂਰਨ ਪਰਮਾਤਮਾ ਜੀਓ ਕੇ ਸਵਰੂਪ ਬਾਬਤ ਪੁੱਛਦੇ ਹਨ ਕਿ ਉਹ ਪਰਿਪੂਰਨ ਪਰਮਾਤਮਾ ਕੈਸਾ ਹੈ ਉਸ ਦਾ ਸਵਰੂਪ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਰ ਦੇਣ ਲੱਗੇ, ਭਾਈ ਉਹ ਪਰਮਾਤਮਾ ਕੈਸਾ ਉਸ ਦਾ ਸਵਰੂਪ ਹੈ, ਸਾਡੀ ਕੀ ਪਾਇਆ ਹੈ, ਅਸੀਂ ਉਹਦੇ ਬਾਬਤ ਦੱਸ ਸਕੀਏ। ਜਿਵੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਅੰਦਰ ਬਖਸ਼ਿਸ਼ ਕਰਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉੱਤਰ ਸੀ ਕਿ ਭਾਈ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਬਾਬਤ ਕੀ ਬਿਆਨ ਕਰ ਸਕਦੇ ਹਾਂ। ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਫਿਰ ਬ੍ਰਹਮਾ ਜੀ ਦੀ ਉਦਾਹਰਣ ਦਿੱਤੀ, ਜੋ ਸਨਾਤਨ ਮਤ ਦੀ ਉਦਾਹਰਣ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਕਈ ਥਾਵਾਂ ਤੇ ਮਹਾਰਾਜ ਜੀਆਂ ਨੇ ਬ੍ਰਹਮਾ ਜੀ ਦਾ ਨਾਮ ਅੰਕਿਤ ਕਰਕੇ ਇਸ ਪ੍ਰਕਰਨ ਤੇ ਕਿ ਭਾਈ ਜਿਨਨੇ ਇਹ ਸਾਰੀ ਕਹਿੰਦੇ ਸ੍ਰਿਸ਼ਟੀ ਸਾਜੀ ਪਰਿਪੂਰਨ ਪਰਮਾਤਮਾ ਨੇ, ਉਸ ਪਰਿਪੂਰਨ ਪਰਮਾਤਮਾ ਦਾ ਅੰਤ ਤਾਂ ਇਹ ਵੀ ਪਾ ਨਹੀਂ ਸਕਿਆ, ਅਸੀਂ ਉਹਦੇ ਬਾਬਤ ਕਿਵੇਂ ਬਿਆਨ ਕਰ ਸਕਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿਰਮਾਣਤਾ ਹੈ। ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ, ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ, केते पवन पानी वह संतर केते कान महेश केते ब्रह्मे घाड़त कड़िया रूप रंग के वेश। महाराज कहन लगे कोई भाई एक ब्रह्मा नहीं है, कोट ब्रह्मे जग साजन लाए। गज के आखो सतनाम श्री वाहिगुरू। भैरों राग दा बचन पंजवें महाराज सच्चे पातशाह धन श्री गुरु अर्जन देव महाराज जियां दा गुरुदेव महाराज जियां ने रहमत कीती भाई कोट ब्रह्मे जग साजन लाए। कोई एक दो नहीं हन, अनेका हन। ते महाराज कहन लगे भाई कोट ब्रह्मांड ते ये ब्रह्मांड भी एक नहीं, अनेका मालिक जियां ने अजिहे ब्रह्मांड सिरजे हन जिथे निवास है जियां दा। भावां के कई वार जदों आपां अजिहे प्रकरण दे उपर कथा विचार विच अजिहे बचन कहने हाँ कि भाई साहब जी तुसां ने ये बचन कहे हन, साइंस इस बात नूं किवें आपां इस बात नूं साइंटिफिक ढंग दे नाल किवें प्रूव कर सकदे हां, किवें दस सकदे हां। भाई जिथों तक अजे साइंस जा कह लईए भी इहदे प्रयोग चलदे रहिंदे हन, पर सतगुरु श्री गुरु अर्जन देव महाराज सच्चे पातशाह जियां ने जां धन गुरु नानक देव महाराज सच्चे पातशाह जियां ने तां प्रथम ही कह दिता कि भाई उस परिपूर्ण परमात्मा की बेअंतता का अंत नहीं पा सकता। तुसी एक सृष्टि की गल करते हो, महाराज कहन लगे भाई कोट ब्रह्मांड जाकर धर्मशाल, अनेका ब्रह्मांड हैं। गुरु नानक देव सच्चे पातशाह महाराज जियां दा ही बचन है आसा राग दा, पौन उपाय धरी सब धरती जल अग्नि का बंद किया, अंधले दहंसर मूंड कटाया, रावण मार क्या वड्डा पया।
क्या उपमा तेरी आखी जाए, तू सर्बे पूर रहा लिव लाए। जी उपाए जुगत हथ कीनी काली, नथ क्या वड्डा भया, किस तू पुरख जोरू कौन कहीए। ਅੱਗੇ ਮਹਾਰਾਜੀਆਂ ਨੇ ਬਚਨ ਕਹੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਨ ਸ੍ਰਿਸ਼ਟ ਗਿਆ, ਆਘੈ ਅੰਤ ਨ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਪਿਆ। ਨਾਲ ਕੁਟੰਬ ਸਾਥ ਵਰਦਾਤਾ, ਵਿਸ਼ਨੂੰ ਜੀ ਨਾਲ, ਜਿਨ੍ਹਾਂ ਦਾ ਵਰ ਹੈ ਵਿਸ਼ਨੂੰ ਜੀ ਦਾ ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਨ ਸ੍ਰਿਸ਼ਟ ਗਿਆ, ਆਗੈ ਅੰਤ ਨ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਪਿਆ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ। ਕਹੇ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦਿਆ। ਪਾਤਸ਼ਾਹ ਜੀਆਂ ਨੇ ਸਾਰੇ ਜੋ ਸ਼੍ਰੀ ਰਾਮਚੰਦਰ ਜੀ ਦੀ ਬਾਤ ਕਹਿ ਦਿੱਤੀ, ਬ੍ਰਹਮਾ ਜੀ ਦੀ ਬਾਤ ਕਹਿ ਦਿੱਤੀ, ਕਹਿਣ ਲੱਗੇ ਅੰਤ ਪਾਉਣ ਵਾਸਤੇ ਗਏ। ਜੋ ਕਥਾ ਵਿਚਾਰ ਦਾ ਪ੍ਰਕਰਨ ਚੱਲ ਰਿਹਾ ਹੈ ਕਿ ਕਿਸ ਪ੍ਰਕਾਰ ਉਹ ਧਰਤੀ ਦਾ ਪਰਿਪੂਰਨ ਪਰਮਾਤਮਾ ਦਾ ਅੰਤ ਪਾਉਣ ਦੇ ਵਾਸਤੇ ਕਿ ਉਹ ਕੈਸਾ ਹੈ, ਇਹ ਬਿਆਨ ਕਰਨ ਵੇਖਣ ਵਾਸਤੇ ਉਹ ਤੁਰੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਉਸ ਪਰਿਪੂਰਨ ਪਰਮਾਤਮਾ ਦੀ ਬੇਅੰਤਤਾਈ ਦਾ ਕੋਈ ਅੰਤ ਨਹੀਂ ਪਾ ਸਕਿਆ। ਤਾਂ ਹੀ ਤਾਂ ਪਾਤਸ਼ਾਹ ਬਚਨ ਕਹਿੰਦੇ ਹਨ, ਆਓ ਸੰਗਤੀ ਰੂਪ ਵਿੱਚ ਇੱਕ ਦੋ ਪੰਕਤੀਆਂ ਪਰਿਪੂਰਨ ਪਰਮਾਤਮਾ ਦੀ ਬੇਅੰਤਤਾਈ ਦੀਆਂ ਆਪਾਂ ਸਾਰੇ ਪੜ੍ਹੀਏ ਰਲ ਮਿਲ ਕਰਕੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਕਵਣ ਕਵਨ ਗੁਣ ਕਹਿ ਕਹਿ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ, ਤੂੰ ਸਾਹਿਬ ਗੁਣੀ ਨਿਦਾਨਾ, ਤੂੰ ਸਾਹਿਬ ਗੁਣੀ ਨਿਦਾਨਾ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੁਮਰੀ ਮਹਿਮਾ ਬਰਨ ਨ ਸਾਕੋ, ਤੁਮਰੀ ਮਹਿਮਾ ਬਰਨ ਨ ਸਾਕੋ, ਤੁਮਰੀ ਮਹਿਮਾ ਬਰਨ ਨ ਸਾਕੋ। ਠਾਕੁਰ ਊਚ ਭਗਵਾਨ, ਤੂੰ ਠਾਕੁਰ ਊਚ ਭਗਵਾਨ, ਤੂੰ ਠਾਕੁਰ ਊਚ ਭਗਵਾਨ, ਤੂੰ ਠਾਕੁਰ ਊਚ ਭਗਵਾਨ। ਸੋ ਉਸ ਪਰਿਪੂਰਨ ਪਰਮਾਤਮਾ ਦੀ ਬੇਅੰਤਤਾਈ ਦਾ ਕੋਈ ਅੰਤ ਨਹੀਂ ਪਾ ਸਕਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਨਾਤਨ ਮਤ ਦੀ ਸਾਖੀ ਬਿਆਨ ਪਏ ਕਰ ਰਹੇ ਹਨ ਕਿ ਕਿਸ ਪ੍ਰਕਾਰ ਬ੍ਰਹਮਾ ਜੀ ਜਦੋਂ ਜਨਮ ਹੋਇਆ, ਪਰਿਪੂਰਨ ਪਰਮਾਤਮਾ ਦੀ ਉਪਮਾ ਦੇ ਅੰਦਰ ਵੇਦ ਜਿਸ ਪ੍ਰਕਾਰ ਰਚੇ, ਮਨ ਦੇ ਅੰਦਰ ਅਹੰਕਾਰ ਹੋਇਆ ਕਿ ਮੈਂ ਹੀ ਕਰਤਾ ਹਾਂ, ਮੇਰੇ ਤੋਂ ਬਿਨਾਂ ਹੋਰ ਕੋਈ ਦੂਸਰ ਹੈ ਕੋਈ ਨਹੀਂ। ਅਜਿਹਾ ਮਨ ਦੇ ਅੰਦਰ ਵਿਚਾਰ ਆਇਆ ਹੈ, ਜੇ ਕੋਈ ਹੈ ਤੇ ਦਿਖਾਈ ਕਿਉਂ ਨਹੀਂ ਦੇ ਰਿਹਾ। ਅਜਿਹਾ ਮਨ ਦੇ ਅੰਦਰ ਸਾਧ ਸੰਗਤ ਜੀਓ ਵਿਚਾਰ ਜਦੋਂ ਆਇਆ, ਫਿਰ ਪਰਿਪੂਰਨ ਪਰਮਾਤਮਾ ਨੇ ਸਾਧ ਸੰਗਤ ਜੀਓ ਆਪਣੇ ਚਲਕਾਰੇ ਜਿਸ ਪ੍ਰਕਾਰ ਵਿਖਾਏ ਹਨ, ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆ ਆਪਾਂ ਪਾਵਨ ਪਵਿੱਤਰ ਕਥਾ ਵਿਚਾਰ ਪ੍ਰਾਰੰਭ ਕਰੀਏ ਜੀ। ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉਪਜਿਓ ਗਰਭ ਨਾਮੋ ਬਿਨ ਆਨਾ। ਮਨ ਦੇ ਅੰਦਰ ਅਹੰਕਾਰ ਇਸ ਗੱਲ ਦਾ ਹੋਇਆ ਕਿ ਮੇਰੇ ਤੋਂ ਬਿਨਾ ਦੂਸਰਾ ਕੋਈ ਹੋਰ ਨਹੀਂ ਹੈ। ਮੈਂ ਕਹਿ ਉਸਤਤ ਕਰੋ ਬਖਾਨਾ। ਹੁਣ ਹੋਰ ਕਿਸ ਦੀ ਉਸਤਤ ਕਰਾਂ, ਕਿਉਂਕਿ ਮੇਰੇ ਤੋਂ ਬਿਨਾ ਦੂਸਰ ਕੋਈ ਹੋਰ ਹੈ ਹੀ ਨਹੀਂ। ਕਰਨ ਕਰਾਵਨ ਮੈਂ ਕਰਤਾਰਾ। ਮੈਂ ਹੀ ਕਰਨ ਕਰਾਵਨ ਹਾਰ ਹਾਂ, ਮੈਂ ਹੀ ਕਰਤਾਰ ਹਾਂ। ਅਪਰ ਨ ਹੈ ਕੋ ਸਿਰਜਨਹਾਰਾ। ਹੋਰ ਕੋਈ ਭਾਈ ਦੂਸਰਾ ਨਹੀਂ ਹੈ ਸਿਰਜਨਹਾਰਾ ਮੇਰੇ ਤੋਂ ਬਿਨਾ। ਜੋ ਹਾਂ ਉਹ ਮੈਂ ਹੀ ਹਾਂ, ਅਜਿਹਾ ਵਿਚਾਰ ਚਿੱਤ ਵਿੱਚ ਉਪਜਿਆ ਹੈ। ਜੇ ਹੋਵਤ ਤੋ ਦੀਸਤ ਮੋਈ।
ਜੇ ਭਾਈ ਕੋਈ ਦੂਸਰਾ ਹੈ ਤੇ ਮੈਨੂੰ ਦਿਖਾਈ ਦੇ ਦਵੇ, ਜੇ ਕੋਈ ਹੋਰ ਮੇਰੇ ਤੋਂ ਬਿਨਾ ਦੂਸਰ ਕੋਈ ਹੈ ਤੇ ਉਹ ਦਿਖਾਈ ਕਿਉਂ ਨਹੀਂ ਦਿੰਦਾ। ਲਖਿਓ ਨ ਕੋਈਆਂ ਤੇ ਨੈ ਹੋਈ, ਕਹਿੰਦੇ ਫਿਰ ਹੋਏਗਾ ਹੀ ਨਹੀਂ, ਤਾਂ ਹੀ ਤਾਂ ਮੈਨੂੰ ਕੋਈ ਹੋਰ ਦੂਸਰਾ ਦਿਖਾਈ ਨਹੀਂ ਨਾ ਦੇ ਰਿਹਾ। ਅਜਿਹਾ ਵਿਚਾਰ ਚਿੱਤ ਵਿੱਚ ਪੈਦਾ ਹੋਇਆ। ਇਸ ਬਿਦ ਹਿਰਦੈ ਗਰਭ ਜਬ ਪਇਓ, ਸਾਧ ਸੰਗਤ ਜੀਓ ਅਜਿਹੀ ਵਿਚਾਰ ਅਜਿਹਾ ਮਨ ਦੇ ਅੰਦਰ ਉੱਠਿਆ ਫੁਰਨਾ। ਬ੍ਰਹਮਾ ਜੀ ਦੇ ਜਦੋਂ ਅਜਿਹੀ ਵਿਚਾਰ ਚਿੱਤ ਵਿੱਚ ਪੈਦਾ ਹੋਈ, ਮੈਂ ਹੋ ਅਪਰ ਨ ਕਰਤਾ ਬੀਓ, ਇਹੋ ਵਿਚਾਰ ਆਈ ਕਿ ਜੋ ਹਾਂ ਕਰਤਾ ਮੈਂ ਹੀ ਹਾਂ, ਮੇਰੇ ਤੋਂ ਬਿਨਾ ਬੀਓ ਕਹੀਏ ਦੂਸਰਾ ਨਹੀਂ ਹੈ। ਦੋਹਰਾ ਤਬ ਗੰਭੀਰ ਤੁਨ ਸੋ ਮధుਰ, ਬਾਨੀ ਪਈ ਆਕਾਸ਼। ਵੇਖ ਕਰਕੇ ਸਾਰੇ ਪਾਸੇ ਜਦੋਂ ਚਿੱਤ ਵਿੱਚ ਅਜਿਹੀ ਵਿਚਾਰ ਉਤਪੰਨ ਹੋਈ ਤੇ ਆਕਾਸ਼ ਮੰਡਲ ਦੇ ਵਿੱਚੋਂ ਆਵਾਜ਼ ਆਈ, ਬੜੀ ਮਿੱਠੀ ਤੇ ਮధుਰ ਆਵਾਜ਼ ਪੈਦਾ ਹੋਈ। ਕਿਉਂ ਗਰਬਤ ਬ੍ਰਹਮਾ ਹਿਰਦੇ, ਮੈਂ ਹੋ ਕਰਤ ਪ੍ਰਕਾਸ਼। ਆਵਾਜ਼ ਦੇ ਜਿਹੜੇ ਬੋਲ ਨੇ, ਹੇ ਬ੍ਰਹਮਾ ਜੀ ਕਿਉਂ ਚਿੱਤ ਵਿੱਚ ਅਹੰਕਾਰ ਕਰਦੇ ਹੋ ਕਿ ਮੈਂ ਹੀ ਕਰਤਾ ਹਾਂ। ਨਹੀਂ, ਤੁਸੀਂ ਕਰਤਾ ਨਹੀਂ ਹੋ, ਤੁਹਾਨੂੰ ਵੀ ਕੋਈ ਸਿਰਜਣਹਾਰਾ ਹੈ। ਅਜਿਹੀ ਵਿਚਾਰ ਆਕਾਸ਼ ਮੰਡਲ ਦੇ ਵਿੱਚੋਂ ਸੁਣਾਈ ਦਿੱਤੀ। ਚੌਪਈ ਜਿਸ ਤੇ ਹੋਇਓ ਜਨਮ ਤੁਮਾਰਾ, ਜਿਹਦੇ ਤੋਂ ਤੁਹਾਡਾ ਜਨਮ ਹੋਇਆ ਹੈ। ਜਿਵੇਂ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤਿਰੁ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੈ ਬਸਾਈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਜਦੋਂ ਅਵਿਚਾਰ ਚਿੱਤ ਦੇ ਅੰਦਰ ਇਹ ਪੈਦਾ ਹੋਈ ਕਿ ਮੈਂ ਹੀ ਹਾਂ, ਕਾਸ਼ ਮੰਡਲ ਵਿੱਚੋਂ ਆਵਾਜ਼ ਸੁਣਾਈ ਦਿੱਤੀ, ਨਹੀਂ ਤੁਹਾਨੂੰ ਵੀ ਕੋਈ ਬਣਾਉਣ ਵਾਲਾ ਹੈ, ਤੁਸੀਂ ਆਪ ਨਹੀਂ, ਤੁਹਾਨੂੰ ਵੀ ਕੋਈ ਸਿਰਜਣਹਾਰਾ ਹੈ। ਤੈਂ ਕੋ ਖੋਜੋ ਆਏ ਵਿਚਾਰਾ, ਉਸ ਦੀ ਖੋਜ ਕਰਨਾ ਕਰੋ। ਸੁਨ ਕਰ ਬ੍ਰਹਮੇ ਬਚਨੀ ਉਚਾਰਾ, ਇਹ ਸੁਣ ਕਰਕੇ ਬ੍ਰਹਮਾ ਜੀ ਨੇ ਫਿਰ ਬਚਨ ਉਚਾਰਨ ਕੀਤਾ। ਭਲੀ ਭਾਂਤ ਸਭ ਸਥਲ ਨਿਹਾਰਾ, ਕਹਿੰਦੇ ਮੈਂ ਭਲੀ ਭਾਂਤ ਸਾਰੇ ਪਾਸੇ ਚੰਗੀ ਤਰ੍ਹਾਂ ਧਿਆਨ ਨਾਲ ਮੈਂ ਇਹ ਗੱਲ ਵੇਖ ਲਈ ਹੈ। ਕਹਿ ਮੈਂ ਹੋ ਕਹਿ ਜਲ ਹੈ, ਕਹਿੰਦੇ ਮੈਂ ਵੇਖ ਲਿਆ ਹੈ ਸੱਜੇ ਖੱਬੇ ਵੀ ਜਾਂ ਮੈਂ ਹਾਂ ਇਸ ਥਾਂ ਤੇ ਜਾਂ ਪਾਣੀ ਹੈ, ਹੋਰ ਤਾਂ ਕੋਈ ਇੱਥੇ ਹੈ ਕੋਈ ਨਹੀਂ। ਮੈਂ ਦੂਰ ਦਰਾਡੇ ਤੱਕ ਵੇਖ ਰਿਹਾ ਹਾਂ, ਜਾਂ ਪਾਣੀ ਹੈ ਜਾਂ ਮੈਂ ਹਾਂ। ਅਪਰ ਨ ਪਿਖਿਓ ਪੇਖ ਭਉ ਰਹਾ, ਲਵਾ ਕੋਈ ਹੋਰ ਵੀ ਦੂਸਰ ਹੋਵੇਗਾ। ਜੇ ਕਰਤੀ ਜੋ ਹੈ ਕਹਿ ਥਾਈ, ਜੇਕਰ ਕੋਈ ਦੂਸਰਾ ਹੈ ਸੋ ਮੋਕੋ ਅਬ ਦਿਓ ਬਤਾਈ। ਤੁਸੀਂ ਫਿਰ ਇੱਕ ਕੰਮ ਕਰੋ, ਤੁਸੀਂ ਫਿਰ ਮੈਨੂੰ ਦੱਸ ਦੇਵੋ ਬਈ ਇਹ ਹੋਰ ਤੇਰੇ ਤੋਂ ਬਿਨਾ ਇੱਥੇ ਹੋਰ ਦੂਸਰ ਹੈ। ਇੱਕ ਪਾਣੀ ਹਾਂ ਤੇ ਇੱਕ ਮੈਂ ਹਾਂ, ਹੋਰ ਤਾਂ ਕੋਈ ਹੈ ਕੋਈ ਨਹੀਂ। ਤਬ ਆਕਾਸ਼ ਬਾਣੀ ਨੇ ਕਹਾ, ਫਿਰ ਆਕਾਸ਼ ਮੰਡਲ ਦੇ ਅੰਦਰ ਆਕਾਸ਼ ਬਾਣੀ ਦੇ ਬੋਲ ਫਿਰ ਪੈਦਾ ਹੋਏ। ਜਿਸ ਪਰ ਬੈਠ ਪਰਮ ਸੁਖ ਲਾਹਾ। ਤੇ ਬ੍ਰਹਮਾ ਜੀ ਧਿਆਨ ਨਾਲ ਵੇਖੋ, ਜਿਹਦੇ ਉੱਪਰ ਤੁਸੀਂ ਬੈਠੇ ਹੋਏ ਹੋ, ਜਿਹਦੇ ਉੱਪਰ ਤੁਹਾਡਾ ਨਿਵਾਸ ਹੈ। ਸੋ ਆਪਣੀ ਤੂੰ ਆਦ ਪਛਾਨ, ਤੂੰ ਆਪਣਾ ਜਨਮ, ਤੂੰ ਆਪਣਾ ਮੁੱਢ, ਤੁਸੀਂ ਆਪਣਾ ਆਦ ਇਸੇ ਕਮਲ ਤੋਂ ਪਛਾਨਣਾ ਕਰੋ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ, ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜ੍ਹੈ ਮੁਖ ਕੰਠ ਸਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਗੂਜਰੀ ਰਾਗ ਦੇ ਜਿਹੜੇ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਚੱਲ ਰਹੀ ਹੈ।
ਬ੍ਰਹਮਾ ਜੀ ਧਿਆਨ ਨਾਲ ਵੇਖੋ, ਜਿਸ ਕਮਲ ਦੇ ਉੱਪਰ ਤੁਹਾਡਾ ਨਿਵਾਸ ਹੈ ਇਹੋ ਹੀ ਤੁਹਾਡਾ ਆਦ ਹੈ, ਇਹੋ ਤੁਹਾਡਾ ਮੁੱਢ ਹੈ, ਇਉਂ ਕਹਿ ਲਈਏ ਇਥੋਂ ਹੀ ਤੁਹਾਡਾ ਜਨਮ ਹੋਇਆ ਹੈ। ਇਸ ਕੋ ਖੋਜ ਗਰਭ ਪੁਨ ਠਾਨ, ਕਹਿੰਦੇ ਇਹਨੂੰ ਤੁਸੀਂ ਧਿਆਨ ਨਾਲ ਤੱਕਣਾ ਕਰੋ। ਦੇਖ ਕਮਲ ਬਿਦ ਗਿਰਾ ਉਚਾਰੀ, ਫਿਰ ਵੇਖ ਕਰਕੇ ਕਮਲ ਵੱਲ, ਉਸ ਕਮਲ ਫੁੱਲ ਵੱਲ ਵੇਖ ਕਰਕੇ ਫਿਰ ਮਨ ਦੇ ਅੰਦਰ ਵਿਚਾਰ ਪੈਦਾ ਹੋਈ, ਇਹ ਤੋਂ ਛੋਟੋ ਮੋਏ ਅਗਾਰੀ। ਇਹ ਤਾਂ ਮੇਰੇ ਸਰੀਰ ਦੇ ਹਿਸਾਬ ਨਾਲ ਬਹੁਤ ਛੋਟਾ ਹੈ, ਇਹ ਕਮਲ ਦਾ ਫੁੱਲ ਮੇਰੇ ਸਰੀਰ ਤੋਂ ਬਹੁਤ ਛੋਟਾ ਹੈ। ਪਿਖੋਂ ਵਿਸ਼ਾਲ ਆਪਨੀ ਦੇਹੀ, ਪਰ ਜਿਹੜੀ ਮੇਰੀ ਦੇਹੀ ਹੈ, ਮੇਰੀ ਦੇਹੀ ਬੜੀ ਵਿਸ਼ਾਲ ਹੈ। ਅਸਮੰਜਸ ਪੁਨ ਆਏ ਨ ਕੇਹੀ, ਇਹ ਤਾਂ ਮੇਰੇ ਚਿੱਤ ਵਿੱਚ ਗੱਲ ਨਹੀਂ ਆਉਂਦੀ, ਬੜੀ ਇਹ ਸੰਦੇਹ ਪਰ ਦਾ ਫੁੱਲ ਅਤਿਅੰਤ ਛੋਟਾ ਹੈ, ਮੇਰਾ ਸਰੀਰ ਭਾਵ ਬਹੁਤ ਵੱਡੀ ਮੇਰੀ ਦੇਹੀ ਹੈ। ਅਲਪ ਵਸਤ ਕਸ ਜਨੇ ਵਿਸਾਲਾ, ਇਹ ਕਿਸ ਪ੍ਰਕਾਰ ਮੈਨੂੰ ਇਹ ਕਿਸ ਪ੍ਰਕਾਰ ਜਨਮ ਦੇ ਸਕਦੀ ਹੈ। ਨਭ ਮੈਂ ਬੋਲੇ ਬਹੁਰ ਅਕਾਲਾ, ਫਿਰ ਅਕਾਲ ਦੀ ਜਿਹੜੀ ਆਵਾਜ਼ ਫਿਰ ਪੈਦਾ ਹੋਈ ਹੈ। ਜਬ ਪਲ ਪਾਤ ਖੋਜ ਨਾ ਠਾਨੋ, ਜਦੋਂ ਤੁਸੀਂ ਭਲੀ ਭਾਂਤ ਦੇ ਨਾਲ ਤੁਸੀਂ ਇਹ ਖੋਜਣਾ ਕਰੋਗੇ, ਅਲਪ ਵਿਸਾਲ ਤਬੇ ਪਹਿਚਾਨੋ, ਫਿਰ ਪਤਾ ਲੱਗੇਗਾ ਬਈ ਅਲਪ ਕੌਣ ਹੈ, ਵਿਸਾਲ ਕੌਣ ਹੈ। ਜੇ ਖੋਜ ਕਰ ਲਵੋ ਫਿਰ ਪਤਾ ਲੱਗੇਗਾ ਬਈ ਵੱਡਾ ਕੌਣ ਹੈ ਤਥਾ ਛੋਟਾ ਕੌਣ ਹੈ। ਸੁਨ ਕੇ ਬ੍ਰਹਮਾ ਚਕਰਿਤ ਹੋਆ, ਸਾਰ ਬ੍ਰਹਮਾ ਜੀ ਫਿਰ ਚਕਰਿਤ ਹੋ ਗਏ। ਸੁਣ ਕਰਕੇ ਅਜਿਹੀ ਬੋਲ ਫਿਰ ਮਨ ਦੇ ਅੰਦਰ ਫਿਰ ਸੋਚਣ ਲੱਗੇ, ਚਿੰਤਾ ਕਰਤ ਕਮਲ ਦਿਸ਼ ਜੋਆ। ਮਨ ਦੇ ਅੰਦਰ ਥੋੜਾ ਚਿੰਤਾ ਤੁਰ ਹੋ ਕਰਕੇ ਕਮਲ ਦੇ ਫੁੱਲ ਵੱਲ ਫਿਰ ਵੇਖਣ ਲੱਗੇ। ਮੈਂ ਵਿਸ਼ਾਲ ਇਹ ਅਲਪ ਦਿਸਾਈ, ਮੈਂ ਵਿਸ਼ਾਲ ਹਾਂ, ਮੇਰਾ ਸਰੀਰ ਕਦ ਵੱਡਾ ਹੈ, ਇਹ ਬਹੁਤ ਹੀ ਛੋਟਾ ਹੈ। ਉਤਪਤ ਮਮ ਕਿਸ ਬਿਦ ਬਨ ਆਈ, ਮੇਰੀ ਉਤਪਤੀ ਇਹਦੇ ਤੋਂ ਕਿਸ ਪ੍ਰਕਾਰ ਹੋਈ ਹੈ, ਮੇਰੀ ਉਤਪਤੀ ਕਿਵੇਂ ਇਸ ਤੋਂ ਕਿਵੇਂ ਹੋਈ। ਬਹੁ ਚਿਤਵਤ ਅਸ ਹਿਰਦੈ ਵਿਚਾਰੀ, ਮਨ ਦੇ ਅੰਦਰ ਫਿਰ ਸੋਚਦਿਆਂ ਮਨ ਦੇ ਅੰਦਰ ਬ੍ਰਹਮਾ ਜੀ ਫਿਰ ਵਿਚਾਰ ਕਰਦਿਆਂ ਹਨੋ ਲਾਤ ਲਏ ਸਾਰੀ। ਕਹਿੰਦੇ ਚਲੋ ਇਹ ਗੱਲ ਵੇਖ ਲੈਣਾ ਹਾਂ, ਜੇ ਮੈਂ ਇਸ ਕਮਲ ਦੇ ਫੁੱਲ ਦੇ ਉੱਪਰ ਲੱਤ ਤੇ ਜੇਕਰ ਮੇਰੀ ਲੱਤ ਦਾ ਪ੍ਰਹਾਰ ਇਹ ਵਾਰ ਸਹਿ ਗਿਆ ਤਾਂ ਮੰਨ ਲਵਾਂਗਾ ਵੀ ਮੇਰਾ ਜਨਮ ਇਸੇ ਤੋਂ ਹੋਇਆ ਹੈ। ਹਨੋ ਲਾਤ, ਮੈਂ ਇਹਨੂੰ ਲੱਤ ਮਾਰਾਂ, ਤਥਾ ਜੇ ਮੇਰੀ ਲੱਤ ਦਾ ਵਾਰ, ਲੱਤ ਦਾ ਪ੍ਰਹਾਰ ਜੇ ਇਹ ਸਹਿਣ ਕਰ ਗਿਆ, ਤੋ ਜਾਣੋਗੋ ਇਹ ਮਮ ਆਦ, ਫਿਰ ਮੈਂ ਜਾਣ ਲਵਾਂਗਾ ਕਿ ਇਹੋ ਮੇਰਾ ਆਦ ਹੈ, ਇੱਥੋਂ ਹੀ ਮੇਰਾ ਜਨਮ ਹੋਇਆ ਹੈ, ਇਹੋ ਮੇਰਾ ਮੁੱਢ ਹੈ। ਜੇ ਕਮਲ ਦਾ ਫੁੱਲ ਮੇਰੀ ਲੱਤ ਦਾ ਪ੍ਰਹਾਰ ਸਹਿਣ ਕਰ ਗਿਆ, ਟੂਟ ਗਿਓ ਜਬ ਸਮਝੋ ਬਾਦ, ਜੇਕਰ ਇਹ ਟੁੱਟ ਗਿਆ ਤੇ ਮੈਂ ਸਮਝ ਲਵਾਂਗਾ ਕਿ ਇਹ ਝੂਠ ਹੀ ਹੈ, ਇਹ ਗੱਲ ਕੂੜ ਹੈ, ਇਹ ਗੱਲ ਵਿਅਰਥ ਹੀ ਹੈ। ਜੇ ਲੱਤ ਦਾ ਵਾਰ ਨਾ ਸਹਿਣ ਕੀਤਾ ਫਿਰ ਇਹ ਗੱਲ ਸਹੀ ਨਹੀਂ ਹੋਵੇਗੀ। ਕਰ ਵਿਚਾਰ ਤਬ ਲਾਤ ਪ੍ਰਹਾਰੀ, ਕਹਿੰਦੇ ਜਿਹੀ ਮਨ ਦੇ ਅੰਦਰ ਵਿਚਾਰ ਕਰਦਿਆਂ ਹੋਇਆਂ ਕਮਲ ਦੇ ਫੁੱਲ ਦੇ ਉੱਪਰ ਜ਼ੋਰ ਦੀ ਲੱਤ ਦੇ ਨਾਲ ਵਾਰ ਕਰਨਾ ਕੀਤਾ। ਬਹੁਤ ਜ਼ੋਰ ਦੇ ਨਾਲ ਲੱਤ ਦਾ ਵਾਰ ਉਸ ਕਮਲ ਦੇ ਫੁੱਲ ਉੱਪਰ ਕੀਤਾ। ਚੱਲਿਓ ਨ ਕਮਲ ਦੁਤੀਏ ਤਬ ਮਾਰੀ, ਪਹਿਲਾ ਵਾਰ ਖਾਲੀ, ਫਿਰ ਦੁਬਾਰਾ ਲੱਤ ਦੇ ਨਾਲ ਜ਼ੋਰ ਠੁੱਡਾ ਲੱਤ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਦੂਸਰਾ ਵੀ ਖਾਲੀ ਗਿਆ। ਹਨਤ ਪਰਿਓ ਤੈ ਕੇ ਮਦ ਜਾਈ, ਕੱਲਾ ਵਾਰ ਖਾਲੀ ਹੀ ਨਹੀਂ ਗਿਆ, ਉਸੇ ਕਮਲ ਦੇ ਫੁੱਲ ਦੇ ਵਿੱਚ ਹੀ ਇਹ ਆਪ ਜਾ ਕੇ ਡਿੱਗ ਗਏ। ਗਇਓ ਨਾਲ ਮੈਂ ਠੌਰ ਨਾ ਪਾਈ, ਔਰ ਕਹਿੰਦੇ ਉਸੇ ਕਮਲ ਦੀ ਜਿਹੜੀ ਨਾਲੀ ਦੇ ਅੰਦਰ ਬ੍ਰਹਮਾ ਜੀ ਜਾ ਡਿੱਗੇ ਵਿੱਚ, ਉਸੇ ਕਮਲ ਦੀ ਨਾਲੀ ਦੇ ਅੰਦਰ ਫੁੱਲ ਦੇ ਵਿੱਚ ਜਾ ਡਿੱਗੇ। ਦੋਹਰਾ ਜਿਉ ਵਿਸ਼ਾਲ ਗੰਭੀਰ ਮੈਂ ਕੂਪਰੂਰ ਪਰ ਜਾਏ, ਜਿਵੇਂ ਇੱਕ ਵੱਡੇ ਖੂਹ ਦੇ ਅੰਦਰ, ਵੱਡੇ ਡੂੰਘੇ ਖੂਹ ਦੇ ਅੰਦਰ ਕੋਈ ਬਾਹਰੋਂ ਵੱਡਾ ਰੋੜਾ ਵਿੱਚ ਖੂਹ ਦੇ ਵਿੱਚ ਹੇਠਾਂ ਸੁੱਟੇ, ਤਿਉ ਤਿਸ ਮੈਂ ਗਿਰ ਕੇ ਗਇਓ
ਥਾਹਾ ਨ ਕਿਤੋਂ ਪਾਏ। ਔਰ ਉਸੇ ਕਮਲ ਦੀ ਨਾਲੀ ਦੇ ਅੰਦਰ ਹੀ ਬ੍ਰਹਮਾ ਜੀ ਜਿਵੇਂ ਕੋਈ ਬਾਹਰੋਂ ਖੂਹ ਦੇ ਵਿੱਚ ਰੋੜਾ ਡਿੱਗੇ ਤੇ ਬ੍ਰਹਮਾ ਜੀ ਵੀ ਉਸੇ ਨਾਲੀ ਅੰਦਰ ਇਸੇ ਪ੍ਰਕਾਰ ਜਾ ਕੇ ਡਿੱਗ ਗਏ। ਰਸਤੇ ਅੰਦਰ ਭਾਵ ਲੰਬੇਰਾ ਲੰਬਾ ਸਫ਼ਰ ਇਹਨਾਂ ਨੇ ਤੈਅ ਕੀਤਾ, ਕਿਤੇ ਵੀ ਰਸਤੇ ਵਿੱਚ ਨਾ ਰੁਕੇ। ਚੌਪਈ ਚਲਿਓ ਜਾਤ ਚਿਰ ਕਾਲ ਬਿਤਾਵਾ। ਚਲਦਿਆਂ ਹੋਇਆਂ ਥੋੜਾ ਸਮਾਂ ਬਤੀਤ ਹੋ ਗਿਆ। ਠਹਿਰਨ ਥਾਨ ਕਹੂੰ ਨੇ ਪਾਵਾ। ਵੀ ਠਹਿਰੇ ਨਾ, ਬੜਾ ਹੀ ਹੇਠਾਂ ਧੌਣ ਤੇ ਉੱਪਰ ਨੂੰ ਲੱਤਾਂ, ਇਸ ਪ੍ਰਕਾਰ ਉਹਨਾਂ ਦੀ ਇਹ ਹਾਲਤ ਬੜੀ ਬਣੀ। ਕਬ ਸਿਰ ਉੱਪਰ ਕਬ ਹੀ ਨੀਚੇ। ਕਦੇ ਸਿਰ ਉੱਪਰ ਹੋ ਜਾਏ, ਕਦੇ ਸਿਰ ਨੀਵਾ ਹੋ ਜਾਏ। ਚਲਿਓ ਜਾਤ ਤਿਸ ਨਾਲੀ ਬੀਚੇ। ਇਸੇ ਪ੍ਰਕਾਰ ਚਲਦਿਆਂ ਹੋਇਆਂ ਨਾਲੀ ਦੇ ਵਿੱਚ ਹੀ ਉਹ ਚਲੇ ਗਏ। ਬੇਬਲ ਹੋਏ ਅਤ ਹੀ ਦੁੱਖ ਪਾਵਾ। ਮਨ ਦੇ ਅੰਦਰ ਬੇਬਲਤਾਈ ਆਈ, ਬੜਾ ਅਤਿਅੰਤ ਦੁਖੀ ਹੋਏ। ਉਬਰਨ ਕੋ ਨੈ ਪਾਏ ਉਪਾਵਾ। ਬੜੀ ਕੋਸ਼ਿਸ਼ ਕਰ ਰਹੇ ਹਨ ਉਭਰਨ ਦੀ, ਪਰ ਬਾਹਰ ਨਹੀਂ ਨਿਕਲਿਆ ਜਾ ਰਿਹਾ, ਆਪਣਾ ਆਪ ਨਹੀਂ ਸੰਭਾਲਿਆ ਜਾ ਰਿਹਾ। ਆਦ ਮਦ ਅੰਤ ਹੋ ਸਾਰੇ। ਆਦ ਮਦ ਭਾਵ ਸਾਰੇ ਹੀ ਉਹਨਾਂ ਦਾ ਇਸੇ ਪ੍ਰਕਾਰ ਨਾਲ ਉਹ ਹੇਠਾਂ ਨਾਲੀ ਤੱਕ ਇਸੇ ਪ੍ਰਕਾਰ ਨਾਲ ਪਹੁੰਚੇ। ਪ੍ਰਥਮ ਗਰਭ ਤੇ ਬਚਨੀ ਉਚਾਰੇ। ਜਿਹੜੇ ਆਦ ਮਦ ਪਹਿਲਾਂ ਉਹਨਾਂ ਨੇ ਹੰਕਾਰ ਸਹਿਤ ਜਿਹੜੇ ਬਚਨ ਕਹੇ ਸਨ, ਕਹਿੰਦੇ ਮੇਰੇ ਤੋਂ ਬਿਨਾ ਹੋਰ ਕਿਹੜਾ ਕੋਈ ਦੂਸਰਾ ਹੈ। ਜਿਹੜੇ ਹੰਕਾਰ ਸਹਿਤ ਪਹਿਲਾਂ ਬੋਲ ਕਹੇ ਸਨ, ਸੋ ਸਭ ਗਰਭ ਗਏ ਤੈ ਉਰਤੇ। ਸਾਰੇ ਅਹੰਕਾਰ ਵਾਲੇ ਬੋਲ ਸਾਰੇ ਹੀ ਚਲੇ ਗਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀਆਂ ਦਾ ਇੱਕ ਸ਼ਬਦ ਹੈ, ਬਚਨ ਹੈ ਬਾਣੀ ਵਿੱਚ, ਜੋ ਅਸਮਾਨ ਨਾ ਮਾਵਣੀ ਤਿੰਨ ਨਕ ਨੱਥਾਂ ਪਾਏ। ਜੋ ਅਸਮਾਨ ਨਾ ਮਾਵਣੀ ਤਿੰਨ ਨਕ ਨੱਥਾਂ ਪਾਏ। ਉਹ ਪਰਿਪੂਰਨ ਪਰਮਾਤਮਾ ਬੜਾ ਬੇਅੰਤ ਹੈ, ਜਿਨ੍ਹਾਂ ਦਾ ਸਿਰ ਆਕਾਸ਼ ਨੂੰ ਵੀ ਜਾ ਕੇ ਲੱਗ ਜਾਂਦਾ ਹੈ। ਹੰਕਾਰ ਦੇ ਅੰਦਰ ਪਰਮਾਤਮਾ ਤਾਂ ਉਹਨਾਂ ਦੀਆਂ ਵੀ ਨੱਕਾਂ ਵਿੱਚ ਨੱਥਾਂ ਪਾ ਦਿੰਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਇੰਨਾ ਬੇਅੰਤ ਹੈ ਪਰਿਪੂਰਨ ਪਰਮਾਤਮਾ। ਉਸ ਪਰਿਪੂਰਨ ਪਰਮਾਤਮਾ ਦੇ ਜਿਹੜੇ ਰੰਗ ਹਨ, ਪਰਿਪੂਰਨ ਪਰਮਾਤਮਾ ਦੀਆਂ ਜਿਹੜੀਆਂ ਖੇਡਾਂ ਹਨ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ, ਹਰ ਕੀ ਗਤ ਨੈ ਕੋ ਜਾਣੈ ਜੋਗੀ ਜਤੀ ਤਪੀ ਪਛਹਾਰੇ ਅਰਬੇ ਲੋਗ ਸਿਆਨੇ। ਰਹਾਉ ਛਿਨ ਮੈਂ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੈ ਯਹ ਤਾਂ ਕੋ ਵਿਵਹਾਰੇ। ਉਹਨੇ ਕੋਈ ਪੁੱਛ ਕੇ ਥੋੜਾ ਕੰਮ ਕਰਨਾ ਹੈ। ਜਿਹੜੀ ਉਹਦੀ ਖੇਡ ਹੈ, ਜਿਹੜੇ ਉਸ ਕਰਤਾਰ ਦੇ ਰੰਗ ਹਨ, ਉਹ ਖਿਨ ਸਮੇਂ ਦੇ ਅੰਦਰ ਖਿਨ ਮੈਂ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ। ਕੋਈ ਪਤਾ ਨਹੀਂ ਕਿਹੜਾ ਕਿਹੜੀ ਘੜੀ ਹੱਸ ਰਿਹਾ ਹੈ, ਕਿਹੜਾ ਕਿਹੜੀ ਘੜੀ ਹੱਸਦੇ ਹੋਏ ਨੂੰ ਇੱਕੋ ਦਮ ਰੋਣ ਲਾ ਦੇਵੇ। ਰੋਂਦਿਆਂ ਹੋਇਆਂ ਨੂੰ ਕਿਹੜੇ ਵੇਲੇ ਪਰਿਪੂਰਨ ਪਰਮਾਤਮਾ ਹਸਾ ਦੇਵੇ, ਭਰਿਆਂ ਨੂੰ ਖਾਲੀ ਕਰ ਦੇਵੇ, ਖਾਲੀਆਂ ਨੂੰ ਭਰ ਦੇਵੇ। ਇਹੀ ਤਾਂ ਉਹਦੀ ਮਾਇਆ ਹੈ। ਇਹੀ ਤਾਂ ਜਿਹੜੀ ਉਹਦੀ ਕਲਾ, ਉਸ ਪਰਿਪੂਰਨ ਪਰਮਾਤਮਾ ਦੀ ਬੇਅੰਤਤਾਈ, ਇਹੋ ਹੀ ਤਾਂ ਉਹਦੀ ਪਰਿਪੂਰਨ ਪਰਮਾਤਮਾ ਦੀ ਬੇਅੰਤਤਾਈ ਹੈ। ਇਹੋ ਹੀ ਤਾਂ ਖੇਡ ਉਹਨੇ ਆਪਣੇ ਹੱਥ ਦੇ ਅੰਦਰ ਰੱਖੀ ਹੋਈ ਹੈ। ਜੋ ਅਸਮਾਨ ਨਾ ਮਾਵਨੀ ਤਿੰਨ ਨਕ ਨੱਥਾਂ ਪਾਏ। ਕਹਿੰਦੇ ਜਿਹੜੇ ਅਹੰਕਾਰ ਭਰੇ ਬੋਲ ਪ੍ਰਥਮ ਹਿਰਦੇ ਦੇ ਵਿੱਚੋਂ ਨਿਕਲੇ ਹੋਏ ਸਨ, ਵੀ ਮੇਰੇ ਤੋਂ ਬਿਨਾ ਹੋਰ ਕੋਈ ਦੂਸਰਾ ਨਹੀਂ ਹੈ। ਪਾਏ ਸ਼ਰਮ ਜਬ ਗਿਰਗਾ ਧੁਰ ਤੇ। ਸਾਰੇ ਅਹੰਕਾਰ ਵਾਲੇ ਬੋਲ ਹਿਰਦੇ ਤੋਂ ਚਲੇ ਗਏ। ਬੜੇ ਹੀ ਦੁਖੀ ਹੋ ਕਰਕੇ ਥਕਾਵਟ ਦੇ ਨਾਲ ਜਿਸ ਵਕਤ ਡਿੱਗ ਗਏ। ਭਇਓ ਦੁਖਾ ਤੁਰ ਰੋਦਨ ਕਰਈ। ਕਹਿੰਦੇ ਦੁਖੀ ਹੋ ਕਰਕੇ ਬੜਾ ਉਹਨਾਂ ਨੇ ਰੁਦਨ ਕੀਤਾ। ਉਸਤਤ ਪ੍ਰਭ ਕੀ ਬੌਰ ਉਚਰਈ। ਕਹਿੰਦੇ ਫਿਰ ਪਰਿਪੂਰਨ ਪਰਮਾਤਮਾ ਦੀ ਉਸਤਤੀ ਬ੍ਰਹਮਾ ਜੀ ਉਚਾਰਨ ਲੱਗੇ। ਜੋ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ, ਕਿਉਂਕਿ ਇਹ ਜੋ ਸਨਾਤਨ ਮਤ ਦੀਆਂ ਉਦਾਹਰਨਾਂ ਹਨ ਸਾਖੀ ਰੂਪ ਦੇ ਅੰਦਰ, ਜਿਸ ਪ੍ਰਕਾਰ ਪ੍ਰਥਮ ਚੱਲ ਰਹੀਆਂ ਸਨ, ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ ਉਹਨਾਂ ਦੀ ਉਦਾਹਰਣ ਦਿੱਤੀ। ਉਦਾਹਰਣ ਦਾ ਪੱਖ ਭਾਈ
ਸਤਿਗੁਰੂ ਮਹਾਰਾਜ ਜੀਆਂ ਨੂੰ ਜਦੋਂ ਪੁੱਛਿਆ ਕਿ ਮਹਾਰਾਜ ਤੁਸੀਂ ਬਿਆਨ ਕਰੋ, ਹਾਲਾਂਕਿ ਸਤਿਗੁਰੂ ਉਸ ਪਰਿਪੂਰਨ ਪਰਮਾਤਮਾ ਦਾ ਆਪ ਸਵਰੂਪ ਹਨ, ਆਪ ਉਹਦਾ ਰੂਪ ਹਨ, ਪਰਿਪੂਰਨ ਪਰਮਾਤਮਾ ਦਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਿਰਮਾਣਤਾ ਨਿਮਰਤਾ ਦੇ ਅੰਦਰ ਰਹਿਣ ਦਾ ਢੰਗ ਤਰੀਕਾ ਦੱਸਦੇ ਹੋਏ ਮਹਾਰਾਜ ਕਹਿਣ ਲੱਗੇ, ਭਾਈ ਜੇ ਬ੍ਰਹਮਾ ਜੀ ਨਹੀਂ ਦੱਸ ਸਕੇ ਸਾਡੀ ਕੀ ਪਾਇਆ ਹੈ। ਮਹਾਰਾਜ ਫਿਰ ਨਿਮਰਤਾ ਦੇ ਅੰਦਰ ਹਨ। ਕਹਿੰਦੇ ਭਾਈ ਜਿਵੇਂ ਉਹਨਾਂ ਦੇ ਹਿਰਦੇ ਦੇ ਅੰਦਰ ਅਹੰਕਾਰ ਆਇਆ, ਬ੍ਰਹਮਾ ਜੀ ਦੇ ਹਿਰਦੇ ਦੇ ਅੰਦਰ ਪਾਤਸ਼ਾਹ ਜੀਆਂ ਨੇ ਉਸਾਖੀ ਰੂਪ ਦੇ ਅੰਦਰ ਵਰਣਨ ਕੀਤਾ ਹੈ। ਕਹਿੰਦੇ ਜਦੋਂ ਬੜਾ ਦੁਖੀ ਹੋਏ, ਦੁਖੀ ਹੋ ਕਰਕੇ ਉਹਨਾਂ ਨੇ ਰੁਦਨ ਕੀਤਾ, ਉਸਤਤ ਪ੍ਰਭ ਕੀ ਬੋਰ ਉਚਰਈ। ਫਿਰ ਉਹਨਾਂ ਨੇ ਪਰਿਪੂਰਨ ਪਰਮਾਤਮਾ ਦੀ ਉਸਤਤੀ ਉਚਾਰਨ ਕੀਤੀ। ਨਮੋ ਨਮੋ ਅਬਨਾਸ਼ੀ ਸੁਆਮੀ, ਰੂਪ ਨਾਰੇਖ ਨਾ ਅੰਤਰ ਜਾਮੀ। ਫਿਰ ਪਰਿਪੂਰਨ ਪਰਮਾਤਮਾ ਦੀ ਉਸਤਤੀ ਉਚਾਰਨ ਕਰਦਿਆਂ ਹੋਇਆ ਕਹਿਣ ਲੱਗੇ, ਨਮਸਕਾਰ ਹੈ, ਨਮਸਕਾਰ ਹੈ, ਹੇ ਅਬਨਾਸ਼ੀ ਪੁਰਖ ਤੈਨੂੰ ਨਮਸਕਾਰ ਹੈ, ਤੈਨੂੰ ਬਾਰੰਬਾਰ ਬੰਦਨਾ ਹੈ। ਜਿਸ ਪਰਿਪੂਰਨ ਪਰਮਾਤਮਾ ਦਾ ਸਵਰੂਪ ਨਹੀਂ, ਰੂਪ ਨਾ ਰੇਖ ਨਾ, ਹੇ ਪਰਿਪੂਰਨ ਪਰਮਾਤਮਾ ਨਾ ਤੇਰਾ ਕੋਈ ਰੂਪ ਹੈ, ਨਾ ਕੋਈ ਤੇਰਾ ਚਿੰਨ੍ਹ ਹੈ, ਅੰਤਰਜਾਮੀ ਦੁਲਾਂ ਦੀਆਂ ਜਾਣਨ ਹਾਰੇ ਪਰਿਪੂਰਨ ਪਰਮਾਤਮਾ ਤੁਸੀਂ ਹੋ। ਪਾਰ ਬ੍ਰਹਮ ਪਰਮੇਸ਼ਰ ਕਰਤਾ, ਪਰਿਪੂਰਨ ਪਰਮਾਤਮਾ ਜੋ ਸਾਰਿਆਂ ਜੀਆਂ ਦਾ ਕਰਤਾ ਹੈ, ਜੋ ਬਣਾਉਣ ਵਾਲਾ ਉਹ ਪਰਿਪੂਰਨ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਜੋ ਕਰਤਾ ਹੈ। ਗੰਜਨ ਗਰਭ ਸਕਲ ਦੁਖ ਹਰਤਾ, ਸਾਰਿਆਂ ਦੁੱਖਾਂ ਨੂੰ ਦੂਰ ਕਰਨ ਵਾਲਾ, ਅਹੰਕਾਰ ਨੂੰ ਦੂਰ ਕਰਨ ਵਾਲਾ, ਤੋੜਨ ਵਾਲਾ ਪਰਿਪੂਰਨ ਪਰਮਾਤਮਾ। ਸ਼੍ਰੀ ਅਕਾਲ ਪਿਖ ਦੀਨ ਦਿਆਲਾ, ਤੇ ਪਰਿਪੂਰਨ ਪਰਮਾਤਮਾ ਜੀਆਂ ਨੇ ਹਾਲਤ ਵੇਖ ਕੇ ਤਰਸਯੋਗ ਹਾਲਤ ਜਦੋਂ ਬਿਨਾਂ ਬੇਨਤੀ ਕੀਤੀ, ਬ੍ਰਹਮਾ ਜੀ ਨੇ ਕਹਿੰਦੇ ਉਸ ਅਕਾਲ ਨੇ ਪਰਿਪੂਰਨ ਪਰਮਾਤਮਾ ਨੇ ਤਰਸਯੋਗ ਬ੍ਰਹਮਾ ਜੀ ਦੀ ਹਾਲਤ ਵੇਖ ਕਰਕੇ ਕਾਢ ਨਾਲ ਤੇ ਲੀਏ ਤਤਕਾਲਾ, ਉਸੇ ਨਾਲੀ ਵਿੱਚੋਂ ਫਿਰ ਤਤਕਾਲ ਕੱਢ ਲਿਆ। ਜਦੋਂ ਉਹਨਾਂ ਬਿਨਾਂ ਬੇਨਤੀ ਰੂਪ ਹੋ ਕਰਕੇ ਬੇਨਤੀ ਕੀਤੀ ਕਿ ਮਾਲਕ ਜੀ ਤੈਨੂੰ ਨਮਸਕਾਰ ਹੈ, ਤੈਨੂੰ ਬਾਰੰਬਾਰ ਬੰਦਨਾ ਹੈ, ਮੈਥੋਂ ਭੁੱਲਣਾ ਹੋਈ ਹੈ, ਕਹਿੰਦੇ ਉਸੇ ਨਾਲੀ ਦੇ ਵਿੱਚੋਂ ਫਿਰ ਕੱਢ ਲਿਆ। ਤਮ ਗੁਬਾਰ ਤੇ ਬਾਹਰ ਆਇਓ, ਹਨੇਰੇ ਦੇ ਵਿੱਚੋਂ ਉਹ ਬਾਹਰ ਨੂੰ ਆਏ ਹਨ। ਬੈਠ ਕਮਲ ਪਰ ਬਹੁ ਸੁਖ ਪਾਇਓ, ਫਿਰ ਕਮਲ ਉੱਪਰ ਬੈਠ ਕਰਕੇ ਫਿਰ ਉਹਨਾਂ ਨੇ ਸੁਖ ਪਾਇਆ। ਕਰਨ ਪ੍ਰਸ਼ੰਸਾ ਲਗਿਓ ਬਹੋਰੀ, ਫਿਰ ਮਨ ਅੰਦਰ ਆਇਆ ਵੀ ਮਨਾ ਮੈਂ ਹੀ ਅਹੰਕਾਰ ਦੇ ਅੰਦਰ ਸਾਂ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਪਰਿਪੂਰਨ ਪਰਮਾਤਮਾ ਜੀ ਦੀ ਬ੍ਰਹਮਾ ਜੀ ਦੁਬਾਰਾ ਫਿਰ ਪ੍ਰਸ਼ੰਸਾ ਉਹਦੀ ਉਸਤਤੀ ਗਾਇਨ ਕਰਨ ਲੱਗੇ। ਬੰਦੇ ਬਾਰ ਬਾਰ ਕਰ ਜੋਰੀ, ਵਾਰ ਵਾਰ ਹੱਥ ਜੋੜ ਜੋੜ ਕਰਕੇ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ ਪਰਿਪੂਰਨ ਪਰਮਾਤਮਾ ਦੀ। ਜਿਸ ਪ੍ਰਕਾਰ ਭਾਈ ਸੱਤਾ ਭਾਈ ਬਲਵੰਡ ਜੀ ਵੀ ਹੰਕਾਰ ਦੇ ਅੰਦਰ ਆਣ ਕੇ ਕਹਿ ਦਿੱਤਾ, ਮਹਾਰਾਜ ਜੀਆਂ ਦੇ ਘਰ ਤਾਂ ਸੰਗਤਾਂ ਸਾਡੇ ਕਰਕੇ ਆਉਂਦੀਆਂ ਹਨ, ਕੀਰਤਨ ਸੁਣਨ ਆਉਂਦੀਆਂ ਹਨ, ਪਰ ਜਦੋਂ ਫਿਰ ਪ੍ਰਤੱਖ ਸੁਆਮੀ ਦੇ ਅਚਰਜ ਕੌਤਕ ਜਦੋਂ ਸਾਹਮਣੇ ਆਏ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਆਣ ਕੇ ਉਸਤਤ ਕੀਤੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਉਸਤਤ ਵਿੱਚ ਜੁੜੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਉਸਤਤ ਵਿੱਚ ਜੁੜੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਸ਼ਬਦ ਪੜੇ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਪੜਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਆਏ, ਭੁੱਲਣਾ ਉਹਨਾਂ ਨੇ ਬਖਸ਼ਵਾਈਆਂ। ਬ੍ਰਹਮਾ ਜੀ ਕਹਿੰਦੇ ਕਮਲ ਦੇ ਉੱਪਰ ਆਣ ਕੇ ਫਿਰ ਸੁਖ ਪਾਇਆ। ਪਰਿਪੂਰਨ ਪਰਮਾਤਮਾ ਜੀਆਂ ਦੀ ਉਸਤਤ ਬਿਆਨ ਕਰਨ ਲੱਗੇ। ਅਗੰਮ ਅਗੋਚਰ ਅਲਖ ਅਨੰਤਾ, ਪਰਿਪੂਰਨ ਪਰਮਾਤਮਾ ਤੂੰ ਅਗੰਮ ਹੈ, ਜਿੱਥੋਂ ਤੱਕ ਇੰਦਰੀਆਂ ਦੀ ਨਾ ਪਹੁੰਚ ਹੋ ਸਕੀ, ਅਗੋਚਰ ਹੈ। ਹੇ ਮਾਲਕ ਜੀ ਤੁਹਾਨੂੰ ਲਖਿਆ ਨਾ ਜਾਏ, ਤੁਸੀਂ ਮਾਲਕ ਜੀ ਅਲਖ ਹੋ, ਅਨੰਤ ਹੋ, ਹੇ ਪਰਿਪੂਰਨ ਪਰਮਾਤਮਾ। ਅਚੁੱਤ ਅਭੈ ਸ਼੍ਰੀ ਭਗਵੰਤਾ, ਪਰਿਪੂਰਨ ਪਰਮਾਤਮਾ ਜਿਹੜਾ ਅਟਲ ਹੈ, ਨਾ ਹਿਲਾਇਆ ਜਾ ਸਕੇ, ਨਾ ਬਦਲਿਆ ਜਾ ਸਕੇ,
जो परिपूर्ण परमात्मा अव्यय कहिए, जो अविनाशी है, नाश तो रहत है परिपूर्ण परमात्मा, ओ भगवंत स्वामी। सत स्वरूप सत अरूप अनूप अलेखा। सत है, सदीवी है, अरूप है जिदा कोई रूप नहीं, भी हाँ फलाना फलाना ओदा जो स्वरूप है, ओदा अजिहा कोई स्वरूप भी नहीं है। अनूप है, ओ परिपूर्ण परमात्मा अलेख, अजिहा परिपूर्ण परमात्मा। नित्य अपूत अछूत अपेखा। भेख रहत है तथा अनोखा है, तथा ओ परिपूर्ण परमात्मा जो पवित्र है। अकर्म अपरम अद्वैत अनाशा। जो कर्म रहत है, जो भरम रहत है परिपूर्ण परमात्मा, अद्वैत भरम तो रहत, अनाश तो रहत है ओ परिपूर्ण परमात्मा। अभय अनादि सुते प्रकाशा। अविनाशी है तथा सुते प्रकाशा, ओदा प्रकाश सुते सिद्ध आपे तो है। चक्कर चिन्ह अर वर्ण जात अर पात नहन जे, रूप रंग अर रेख पेख, को कह ना सकत कहे, चल मूर्त अनुभव प्रकाश अमितोज की जय, कोट इंद्र इंद्रान साहे साहान गनिज। त्रिभुवन महीप सुर नर असुर, नेत नेत बान त्रिन कहत, तब सर्व नाम कथै कवन, कर्म नाम वर्णत सुमत। ओ परिपूर्ण परमात्मा जो जिस दा कोई स्वरूप नहीं, कोई ओदा रूप नहीं, कोई ओदा रंग नहीं, बई ਉਹਨੂੰ किस प्रकार कोई बयान कर सके। ਕਹਿੰਦੇ ਫਿਰ ਬ੍ਰਹਮਾ ਜੀ ਉਸ परिपूर्ण परमात्मा ਜੀਆਂ ਦੇ ਉਸਤਤ ਵਿੱਚ ਇਸ ਪ੍ਰਕਾਰ ਜੁੜੇ ਹਨ। रेख ना रंग ना मोह ना माया। ਇਹਦੇ ਉੱਪਰ ਕੋਈ ਮਾਇਆ ਜਾਂ ਮੋਹ ਆਦ ਲੇਸ਼ ਨਹੀਂ ਹਨ ਉਸ परिपूर्ण परमात्मा ਤੇ। अजय अजन्मा अजर अजाया। ਉਹ ਜੋ परिपूर्ण परमात्मा जो ਜਿੱਤਿਆ ਨਾ ਜਾਏ, अजन्मा कहिए भाव मौत तो जिदा मौत तो रहत है परिपूर्ण परमात्मा। अजर जिदे ऊपर कोई बुढ़ेपे आद दा कोई भी जोर ना होवे, अजिहे परिपूर्ण परमात्मा। सब तै दूर सबने अत पासा। ਉਹ परिपूर्ण परमात्मा जो सारिਆਂ ਦੇ ਨੇੜੇ ਹੈ तथा ਸਾਰਿਆਂ ਤੋਂ ਦੂਰ ਹੈ, ਸਭ ਤੇ ਦੂਰ ਸਭਨ ਤੇ ਨੇਰਾ, ਅਜਿਹੇ परिपूर्ण परमात्मा। सदा अलेप सरब में बासा। ਉਹ परिपूर्ण परमात्मा ਵਾਸਾ ਵਿੱਚ ਜੀਵ ਦੇ ਹੁੰਦਿਆਂ ਵੀ ਅਲੇਪ, ਵਿੱਚ ਹੁੰਦਿਆਂ ਵੀ ਉਹ परिपूर्ण परमात्मा ਅਲੇਪ ਹੈ। नेत नेत नित अपरे अपारा। ਉਹ ਸਦੀਵ ਕਾਲ ਲਈ ਹੈ, ਨਿਤ ਹੈ, ਨੇਤ ਉਹ परिपूर्ण परमात्मा ਹੈ। सहंसर नाम अस बदने उचारा। ब्रह्मा जी ने फिर हजारां नाम उस परिपूर्ण परमात्मा जियां दे गायन अपनी रसना तो कीते। शेख नाग तेरो मर्म ना जाना, शेख नाग शेष नाग ਜਿਹੜਾ ਆਪਣੇ ਫਨ ਦੇ ਨਾਲ, ਹਜ਼ਾਰਾਂ ਜਿਸ ਦੇ ਫਨ ਹਨ ਤੇ ਹਰ ਇੱਕ ਫਨ ਦੇ ਨਾਲ परिपूर्ण परमात्मा ਦਾ ਨਵਾਂ ਨਾਮ ਉਚਾਰਨ ਕਰਦਾ ਹੈ। ਨਵਾਂ ਨਾਮ ਹਰ ਇੱਕ ਫਨ ਦੇ ਨਾਲ। ਤੇ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, हे परिपूर्ण परमात्मा ਸਾਡੀ ਕੀ ਪਾਇਆ ਹੈ ਜੇ ਉਹ ਆਪ ਜੀਆਂ ਦਾ ਅੰਤ ਨਹੀਂ ਪਾ ਸਕੇ। ਇੱਕ ਦੂਜੀ ਪਾਉ ਲੱਖ ਹੋ ਹੈ, ਲੱਖ ਹੋਵੈ ਲੱਖ 20 ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। हे परिपूर्ण परमात्मा ਸਾਡੇ ਕੋਲ ਤਾਂ ਜੀਵ ਹੀ ਇੱਕ ਹੈ, ਜੇ ਇੱਕ ਤੋਂ ਲੱਖ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਣ ਤੇ परिपूर्ण परमात्मा ਆਪ ਜੀਆਂ ਦਾ ਅੰਤ ਫਿਰ ਵੀ ਨਹੀਂ ਪਾਇਆ ਜਾ ਸਕਦਾ। ਕਹਿੰਦੇ ਫਿਰ ਬ੍ਰਹਮਾ ਜੀ ਨੇ ਸਹੰਸਰ ਨਾਮ ਅਸ ਬਦਨ ਉਚਾਰਾ। परिपूर्ण परमात्मा जियां दे हजारां नाम ਉਹਨਾਂ ਨੇ ਗਾਇਨ ਕੀਤੇ। ਤੈ ਚਿਨ ਨਭ ਨਾ ਬਾਨੀ ਪੁਨ ਹੋਈ। ਫਿਰ ਕਹਿੰਦੇ ਕਾਸ਼ ਦੇ ਵਿੱਚੋਂ, ਨਭ ਦੇ ਵਿੱਚੋਂ ਫਿਰ ਦੁਬਾਰਾ ਆਕਾਸ਼ਬਾਣੀ ਹੋਈ। ਮੇਘ ਗਰਜ ਮਧੁਰੀ ਜਿਉ ਸੋਈ। ਕਾਸ਼ ਦੇ ਵਿੱਚੋਂ ਬੜੀ ਮਧੁਰ ਆਵਾਜ਼ ਦੇ ਨਾਲ ਦੋਹਰਾ
ਤਪ ਕਰ ਤਪ ਕਰ ਤਪ ਕਰੋ ਕਹਿਓ ਬਾਰਿਓ ਤੀਨ। ਤੇ ਇਸ ਵਾਰੀ ਜਿਹੜੇ ਬੋਲ ਸਨ, ਆਕਾਸ਼ ਮੰਡਲ ਦੇ ਜਿਹੜੇ ਬੋਲ ਸਨ, ਉਹ ਸਨ ਤਪ ਕਰ ਤਪ ਕਰ ਤਪ ਕਰੋ ਕਹਿਓ ਬਾਰ ਇਉ ਤੀਨ। ਤੁਸੀਂ ਤਪ ਕਰੋ, ਤੁਸੀਂ ਆਰਾਧਨਾ ਕਰੋ, ਤੁਸੀਂ ਆਰਾਧਨਾ ਕਰੋ। ਇਸ ਪ੍ਰਕਾਰ 3 ਵਾਰ ਇਹ ਬੋਲ ਕਹੇ। ਜਗ ਰਚਨੇ ਕੀ ਸ਼ਕਤ ਹੋਵੇ ਰਚੋ ਬਹੁਰ ਪਰਬੀਨ। ਇਸ ਪ੍ਰਕਾਰ 3 ਵਾਰ ਇਹ ਬਚਨ ਕਹੇ ਤੇ ਨਾਲ ਇਹ ਵੀ ਕਿਹਾ ਕਿ ਤੁਹਾਡੇ ਅੰਦਰ ਜਗਤ ਨੂੰ ਰਚਨਾ, ਤੁਸੀਂ ਜਗਤ ਦੀ ਰਚਨਾ ਕਰਨੀ ਹੈ। ਇਸ ਪ੍ਰਕਾਰ ਇਹ ਬਚਨ ਕਹੇ ਹਨ। ਚੌਪਈ ਬੈਠ ਕੀਓ ਤਬ ਤਬ ਚਿਰ ਕਾਲਾ। ਉਹਨਾਂ ਨੇ ਬੈਠ ਕਰਕੇ ਲੰਮੇਰਾ ਸਮਾਂ ਤਪ ਸਾਧਿਆ। ਪਾਏ ਸ਼ਕਤ ਜਗ ਰਚਿਓ ਵਿਸ਼ਾਲਾ। ਜਗਤ ਦੀ ਰਚਨਾ ਕੀਤੀ। ਸ੍ਰੀ ਗੁਰ ਕਹੇ ਸੁਨੋ ਹਰ ਸੰਤ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਿਹੜੇ ਸੰਤ ਜਨ ਕੋਲ ਬੈਠੇ ਸਨ, ਮਹਾਰਾਜ ਜੀਆਂ ਦੇ ਸਾਧੂ ਮੰਡਲੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ, ਜਿਨ੍ਹਾਂ ਨੇ ਪੁੱਛਿਆ ਸਾਹਿਬ ਜੀ ਉਸ ਪਰਿਪੂਰਨ ਪਰਮਾਤਮਾ ਦੇ ਦੀਦਾਰ ਕਰਾਓ, ਉਸ ਪਰਿਪੂਰਨ ਪਰਮਾਤਮਾ ਜੀਆਂ ਦੇ ਸਵਰੂਪ ਬਾਬਤ ਤੁਸੀਂ ਸਾਨੂੰ ਦੱਸਣਾ ਕਰੋ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨਾਲ ਬਚਨ ਕਰਦੇ ਹਨ। ਇਸ ਬਿਦ ਕੇ ਸ਼੍ਰੀ ਕਮਲਾ ਕੰਤ। ਇਸ ਪ੍ਰਕਾਰ ਦੇ ਜੋ ਮਾਇਆ ਦੇ ਜੋ ਸੁਆਮੀ ਹਨ। ਦੋਹਰਾ ਜੈ ਕੋ ਅੰਤ ਨ ਜਾਣਿਓ ਰਹਿਓ ਵਿਦਾਤਾ ਦੇਖ। ਜਿਹੜੇ ਬ੍ਰਹਮਾ ਜੀਆਂ ਨੇ ਉਸ ਪਰਿਪੂਰਨ ਪਰਮਾਤਮਾ ਦਾ ਜਿਨ੍ਹਾਂ ਨੇ ਅੰਤ ਨਹੀਂ ਪਾਇਆ। ਹਮ ਕਲ ਯੁਗ ਕੇ ਮਨੁਜ ਕਿਆ ਲਖ ਸਕਈ ਜੋ ਅਲੇਖ। ਹੇ ਸਾਧੂ ਜਨੋ, ਹੇ ਸੰਤ ਜਨੋ, ਅਸੀਂ ਤਾਂ ਕਲਯੁਗੀ ਜੀਵ ਹਾਂ, ਅਸੀਂ ਪਰਿਪੂਰਨ ਪਰਮਾਤਮਾ ਨੂੰ ਕਿਵੇਂ ਬਿਆਨ ਕਰ ਸਕਦੇ ਹਾਂ ਜੇ ਬ੍ਰਹਮਾ ਜੀ ਅੰਤ ਨਹੀਂ ਪਾ ਸਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਨਿਰਮਾਣਤਾ ਨਿਮਰਤਾ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਜਿਹੇ ਪਾਵਨ ਪਵਿੱਤਰ ਬੋਲ ਕਹੇ। ਚੌਪਈ ਤੈਂ ਕੇ ਸੰਗ ਲਗੀ ਮਮ ਪ੍ਰੀਤੀ। ਬਸ ਮੇਰੀ ਤਾਂ ਪ੍ਰੀਤ ਉਸ ਸਾਹਿਬ ਦੇ ਚਰਨ ਕਮਲਾਂ ਸੰਗ ਜੁੜੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਭਾਈ ਮੇਰੀ ਤਾਂ ਪ੍ਰੀਤ ਉਸ ਸਾਹਿਬ ਦੇ ਚਰਨ ਕਮਲਾਂ ਸੰਗ ਜੁੜੀ ਹੈ। ਔਰ ਮੈਂ ਬਸਿਓ ਨਿਰੰਤਰ ਨੀਤੀ। ਉਹ ਮੇਰੇ ਹਿਰਦੇ ਦੇ ਅੰਦਰ ਨਿਰੰਤਰ ਨੀਤੀ ਕਹੀਏ ਨਿਤਾ ਪ੍ਰਤ ਉਸ ਸਾਹਿਬ ਦਾ ਮੇਰੇ ਹਿਰਦੇ ਦੇ ਅੰਦਰ ਵਾਸਾ ਹੈ। ਕਰੇ ਸੇਵ ਜੈ ਸ਼ਿਵ ਸਨਕਾਦਿਕ। ਇਹਦੀ ਸੇਵਾ ਦੇ ਅੰਦਰ ਸ਼ਿਵ ਸਨਕਾਦਿਕ ਵੀ ਉਸ ਸਾਹਿਬ ਦੀ ਸੇਵਾ ਵਿੱਚ ਜੁੜਦੇ ਹਨ। ਨੇਤ ਨੇਤ ਨਿਤ ਕੈ ਬ੍ਰਹਮਾਦਿਕ। ਬ੍ਰਹਮਾਦਿਕ ਵੀ ਜਿਹਨੂੰ ਨੇਤ ਨੇਤ ਕਹਿ ਕੇ ਨਿਆਉਂਦੇ ਹਨ। ਪ੍ਰਾਣ ਆਧਾਰ ਸੁਖੀਏ ਮਨ ਮਾਈ। ਕਹਿੰਦੇ ਮੈਂ ਤਾਂ ਆਪਣੇ ਪ੍ਰਾਣਾਂ ਦਾ ਆਧਾਰ ਹੀ ਉਸ ਸਾਹਿਬ ਨੂੰ ਬਣਾਇਆ ਹੈ। ਮੈਂ ਤਾਂ ਆਪਣੇ ਪ੍ਰਾਣਾਂ ਦਾ ਆਸਰਾ ਹੀ ਉਸ ਪਰਿਪੂਰਨ ਪਰਮਾਤਮਾ ਨੂੰ ਬਣਾਇਆ ਹੈ। ਅਸ਼ਟ ਪੈਰ ਮੈਂ ਬਿਸਰਤ ਨਾਈ। ਸਦਾ 8 ਪੈਰ ਮੈਂ ਆਪਣੇ ਜੀਵਨ ਵਿੱਚ ਉਸ ਸਾਹਿਬ ਨੂੰ ਨਹੀਂ ਵਿਸਾਰਦਾ ਆਪਣੀ ਰਸਨਾ ਤੋਂ। ਅਜਿਹੇ ਪਰਿਪੂਰਨ ਸਾਹਿਬ ਨੂੰ, ਪਰਿਪੂਰਨ ਪਰਮਾਤਮਾ ਨੂੰ ਜਿਹਨੇ ਸਾਰਾ ਸਾਜਿਆ ਹੈ, ਉਸ ਪਰਿਪੂਰਨ ਪਰਮਾਤਮਾ ਜੀ ਨੂੰ ਜਿਹਨੇ ਬ੍ਰਹਮੇ ਨੂੰ ਵੀ ਬਣਾਉਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਅਜਿਹੇ ਸਾਹਿਬ ਨੂੰ ਮੈਂ ਆਪਣੇ ਹਿਰਦੇ ਤੋਂ ਨਹੀਂ ਵਿਸਾਰਦਾ। ਸੁਨਤ ਸੰਤ ਚਿਤ ਬੋਹਰ ਖਾਨੇ। ਸੰਤ ਜਨ ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਬੋਲ ਸੁਣ ਕਰਕੇ ਹਿਰਦੇ ਦੇ ਅੰਦਰ ਬੜੇ ਪ੍ਰਸੰਨ ਹੋਏ। ਧੰਨ ਧੰਨ ਪੁਨ ਧੰਨ ਬਖਾਨੇ। ਨੂੰ ਫਿਰ ਉਹਨਾਂ ਨੇ ਧੰਨ 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 ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗੁਰਦੇਵ ਮਹਾਰਾਜ ਜੀਆਂ ਦੀ ਉਪਮਾ ਕਰਨ ਲੱਗੇ। ਮੁਕਤ ਦਾਨ ਦਾ ਬਚਨ ਤੁਮਾਰੇ। ਸਾਹਿਬ ਜੀ ਤੁਹਾਡੇ ਬੋਲ ਸਾਨੂੰ ਮੁਕਤੀ ਦੇਣ ਵਾਲੇ ਹਨ। हे ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ, ਆਪ ਜੀਆਂ ਦੇ ਇਹ ਬੋਲ ਸਾਡੇ ਜੀਵਨ ਦਾ ਉਧਾਰ ਕਰਨ ਵਾਲੇ ਹਨ। ਇੱਕ ਸੰਸੈ ਉਰ ਹਮਾਰੇ। ਮਹਾਰਾਜ ਕਿਰਪਾ ਕਰੋ,
ਸਾਡੇ ਹਿਰਦੇ ਦਾ ਜਿਹੜਾ ਸੰਸਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਸੰਸਾ ਹੈ, ਉਹ ਵੀ ਤੁਸੀਂ ਨਿਵਰਤ ਕਰੋ। ਕੌਣ ਵਸਤ ਇਹ ਲੋਚਨ ਆਈ, ਕਹਿੰਦੇ ਇਹਨਾਂ ਅੱਖਾਂ ਦੇ ਅੰਦਰ ਕਿਹੜੀ ਅਜਿਹੀ ਵਸਤੂ ਹੈ, ਦੇਖੈ ਕੌਣ ਰਹਿਤ ਇਨ ਮਾਈ, ਔਰ ਇਹਨਾਂ ਵਿੱਚ ਰਹਿ ਕਰਕੇ ਕਿਹੜੀ ਐਸੀ ਵਸਤੂ ਹੈ ਜੋ ਵੇਖਦੀ ਹੈ। ਜੋ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਨੇਤਰੋ ਮੇਰਿਓ ਅਰ ਤੁਮ ਮੈਂ ਉਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਉਸ ਪਰਿਪੂਰਨ ਪਰਮਾਤਮਾ ਜੀਆਂ ਨੇ ਜੋ ਇਸ ਸਰੀਰ ਦੇ ਅੰਦਰ ਸਮਰੱਥਾ ਰੱਖੀ ਹੈ, ਜੋ ਉਸ ਸਾਹਿਬ ਜੀਆਂ ਨੇ ਤਾਕਤ ਰੱਖੀ ਹੈ, ਤਿਨਾਂ ਨੇ ਸਾਧੂ ਜਨਾਂ ਨੇ ਮਹਾਰਾਜ ਜੀਆਂ ਨੂੰ ਪੁੱਛਣਾ ਕੀਤਾ, ਪਾਤਸ਼ਾਹ ਇਹ ਅੱਖਾਂ ਦੇ ਅੰਦਰ ਜੋ ਜੋਤ ਹੈ ਕਿਸ ਪ੍ਰਕਾਰ ਜੋ ਸਰਬ ਪਸਾਰਾ, ਇਸ ਪ੍ਰਕਾਰ ਜਿਹੜਾ ਸਾਰੇ ਪਾਸੇ ਦਾ ਜੋ ਪਸਾਰਾ ਹੈ, ਦੇਖ ਲਏ ਜੋ ਕਉ ਵਿਚਾਰਾ, ਜੋ ਸਾਰੇ ਪਾਸੇ ਦੇ ਪਸਾਰੇ ਨੂੰ ਵੇਖਦੀ ਹੈ। ਤੁਮ ਸਮ ਗਿਆਤਾ ਮਿਲੇ ਨਾਨੀ, ਗੁਰਦੇਵ ਮਹਾਰਾਜ ਜੀ ਆਪ ਜੀਆਂ ਤੋਂ ਬਿਨਾਂ ਸਾਨੂੰ ਕੋਈ ਹੋਰ ਇਹ ਸੰਸਾ ਸਾਡਾ ਨਿਵਰਤ ਕਰਨ ਵਾਲਾ ਨਹੀਂ। ਸਾਡੇ ਹਿਰਦੇ ਦਾ ਜੋ ਇਹ ਪ੍ਰਸ਼ਨ ਹੈ ਮਹਾਰਾਜ, ਹੋਰ ਕਿਸੇ ਪਾਸੋਂ ਇਹ ਨਿਵਰਤ ਨਹੀਂ ਹੋਣਾ, ਆਪ ਰਹਿਮਤ ਕਰੋ। ਸੁਨ ਪਦ ਦੁਤੀਏ ਕਯੋ ਗੁਣ ਖਾਨੀ। ਹੁਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਗੂਜਰੀ ਰਾਗ ਦਾ ਜੋ ਸ਼ਬਦ ਪਿੱਛੇ ਮਹਾਰਾਜ ਜੀਆਂ ਨੇ ਪ੍ਰਾਰੰਭ ਕੀਤਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੈ ਮੁਖ ਕੰਠ ਸੁਵਾਰ। ਇਹ ਪਾਵਨ ਪਵਿੱਤਰ ਸ਼ਬਦ ਦਾ, ਇਸ ਮੁਬਾਰਕ ਸ਼ਬਦ ਦਾ ਮਹਾਰਾਜ ਜੀਆਂ ਨੇ ਹੁਣ ਦੂਸਰਾ ਪਦਾ ਉਚਾਰਨ ਕੀਤਾ, ਰਵ ਸਸ ਦੀਪਕ ਜਾਂ ਕੇ ਤ੍ਰਿਭਵਨ ਏਕਾ ਜੋਤ ਮੁਰਾਰ। ਕਹਿੰਦੇ ਉਸ ਸਾਹਿਬ ਦੇ ਘਰ ਦੇ ਅੰਦਰ ਦੋ ਦੀਵੇ ਹਨ। ਪਰਿਪੂਰਨ ਪਰਮਾਤਮਾ ਜੀ ਨੇ ਆਪਣੇ ਇਸ ਘਰ ਨੂੰ, ਜਿਸ ਘਰ ਨੂੰ ਸਾਜਿਆ, ਹੁਣ ਘਰ ਦੇ ਅੰਦਰ ਹਨੇਰਾ ਤਾਂ ਨਹੀਂ ਸੀ ਨਾ ਰੱਖਣਾ ਉਸ ਸਾਹਿਬ ਨੇ, ਫਿਰ ਇਸ ਘਰ ਦੇ ਅੰਦਰ ਚਾਨਣ ਕਰਨ ਵਾਸਤੇ ਉਹਨੇ ਦੋ ਦੀਵੇ ਬਣਾਏ। ਦੋਏ ਦੀਵੇ 14 ਹਟ ਨਾਲੇ, ਮਹਾਰਾਜ ਜੀਆਂ ਦੇ ਬੋਲ, ਰਵ ਸਸ ਦੀਪਕ ਜਾ ਕੇ ਤ੍ਰਿਭਵਨ ਏਕਾ ਜੋਤ ਮੁਰਾਰ। ਉਸ ਸਾਹਿਬ ਜੀਆਂ ਨੇ ਫਿਰ ਸੂਰਜ ਤੇ ਚੰਦ ਉਹਨੇ ਦੋ ਦੀਵੇ ਬਣਾਏ ਜੋਤ ਕਰਨ ਦੇ ਵਾਸਤੇ। ਇਹ ਜਿਹੜਾ ਹਨੇਰਾ, ਉਹ ਤਾਂ ਹਨੇਰਾ ਇਸ ਸੰਸਾਰ ਦਾ ਹਨੇਰਾ, ਬਾਹਰੀ ਹਨੇਰਾ ਦੂਰ ਹੋ ਗਿਆ ਸੂਰਜ ਤਥਾ ਚੰਦਰਮਾ ਦੇ ਨਾਲ। ਉਸ ਸਾਹਿਬ ਜੀਆਂ ਨੇ ਇਹ ਦੋ ਦੀਪਕ ਸਾਜੇ ਹਨ। ਗੁਰਮੁਖ ਹੋਏ ਸੋਐ ਨਿਸ ਨਿਰਮਲ, ਮਨ ਮੁਖ ਰਹਿਣ ਅੰਧਾਰ। ਔਰ ਏਕਾ ਜੋਤ ਮੁਰਾਰ, ਉਸ ਪਰਿਪੂਰਨ ਪਰਮਾਤਮਾ ਜੀਆਂ ਨੇ ਜੋਤ ਟਿਕਾਈ ਹਿਰਦੇ ਦੇ ਅੰਦਰ। ਬਾਹਰ ਦਾ ਹਨੇਰਾ ਦੂਰ ਹੋਇਆ ਸੂਰਜ ਤਥਾ ਚੰਦਰਮਾ ਦੇ ਪ੍ਰਕਾਸ਼ ਦੇ ਨਾਲ, ਅੰਦਰ ਦਾ ਜਿਹੜਾ ਹਨੇਰਾ ਦੂਰ ਹੋਇਆ ਉਹ ਗਿਆਨ ਰੂਪੀ ਜੋਤ ਦੇ ਨਾਲ। ਗੁਰਮੁਖ ਹੋਏ ਸੋ ਅਹਨਿਸ ਨਿਰਮਲ, ਜਿਹੜੇ ਗੁਰੂ ਦੇ ਮਾਰਗ ਦੇ ਉੱਪਰ ਤੁਰੇ ਭਾਈ ਉਹ ਨਿਰਮਲ ਜੀਵਨ ਵਾਲੇ ਹੋਏ। ਤਥਾ ਮਨਮੁਖ ਰਹਿਣ ਅੰਧਾਰ, ਜਿਹੜੇ ਮਨ ਦੀ ਮਤ ਲੈ ਕੇ ਤੁਰੇ ਉਹਨਾਂ ਵਾਸਤੇ ਹਨੇਰਾ ਹੀ ਹਨੇਰਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਹਰ ਦਾ ਹਨੇਰਾ ਦੂਰ ਹੋ ਗਿਆ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰ ਦਾ ਹਨੇਰਾ ਤਾਂ ਚਲੋ ਦੂਰ ਹੋਇਆ ਇਹਨਾਂ ਨਾਲ, ਅੰਦਰ ਵਾਲਾ ਹਨੇਰਾ ਦੂਰ ਹੋਇਆ ਗਿਆਨ ਰੂਪੀ ਸੂਰਜ ਦੇ ਨਾਲ। ਗੁਰਮੁਖ ਹੋਏ ਸੋ ਅਹਨਿਸ ਨਿਰਮਲ, ਮਨਮੁਖ ਰਹਿਣ ਅੰਧਾਰ। ਮਨ ਦੀ ਮਤ ਲੈ ਕੇ ਤੁਰਨ ਵਾਲਿਆਂ ਦੇ ਵਾਸਤੇ ਉਹ ਹਨੇਰਾ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ। ਜੋ ਪਈ ਸੁਨੋ ਸੰਤ ਸ਼੍ਰੀ ਨਾਨਕ ਕਹਿੀ। ਮਹਾਰਾਜ ਕਹਿਣ ਲੱਗੇ, ਹੇ ਸੰਤ ਜੀ ਸੁਣੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਸੰਤਾਂ ਨੂੰ ਸੰਬੋਧਨ ਕੀਤਾ। ਚੰਦ ਸੂਰਜ ਮੈਂ ਜੋਤ ਜੋ ਐਹੀ, ਤਥਾ ਚੰਦਰਮਾ ਸੂਰਜ ਦੇ ਅੰਦਰ ਜਿਹੜੀ ਜੋਤ ਹੈ, ਜੈ ਤੇ ਜਗ ਮੈਂ ਉਹ ਤੇ ਉਜਾਲਾ, ਜਿਹਦੇ ਨਾਲ ਜਗਤ ਦੇ ਅੰਦਰ ਉਜਿਆਲਾ ਕਹੀਏ ਪ੍ਰਕਾਸ਼ ਹੁੰਦਾ ਹੈ, ਸੋ ਈਸ਼ਰ ਕੀ ਲਖੋ ਵਿਸਾਲਾ। ਉਹ ਪਰਿਪੂਰਨ ਪਰਮਾਤਮਾ ਦੀ ਰਹਿਮਤ ਉਸੇ ਦੀ ਜੋਤ ਹੈ। ਦਈ ਜੋਤ ਦੀਪਕ ਜਗ ਕੀਨੇ, ਉਹਨੇ ਜੋਤ ਟਿਕਾਈ
ਦੀ ਆਪਣੀ ਸ਼ਕਤ ਇਹਨਾਂ ਦੇ ਅੰਦਰ ਟਿਕਾਈ, ਜਿਨੇ ਸਾਰੇ ਜਗਤ ਦੇ ਅੰਦਰ ਚਾਨਣਾ ਕੀਤਾ ਹੈ। ਤੈਂ ਬਿਦ ਜੋਤ ਸਰਬ ਘਟ ਚੀਨੇ। ਔਰ ਇਸੇ ਪ੍ਰਕਾਰ ਹੀ ਸਾਹਿਬ ਜੀ ਨੇ ਜੋਤ ਟਿਕਾਈ ਹੈ ਸਾਰਿਆਂ ਦੇ ਹਿਰਦੇ ਦੇ ਅੰਦਰ। ਜਿਵੇਂ ਬਾਹਰ ਦੀ ਜੋਤ ਸੂਰਜ ਦੇ ਅੰਦਰ ਟਿਕਾਈ, ਚਾਨਣਾ ਕੀਤਾ, ਅੰਦਰ ਦੀ ਜੋਤ ਹਿਰਦੇ ਦੇ ਅੰਦਰ ਟਿਕਾਈ ਹੈ। ਤਿਸ ਤੇ ਨੈਣਨ ਨਦਰੀ ਆਵੇ। ਜਿਹਦੇ ਨਾਲ ਫਿਰ ਮਨੁੱਖ ਚਕਸ਼ੂ ਦੇ ਨਾਲ, ਨੇਤਰਾਂ ਨਾਲ, ਦੀਦਨਿਆਂ ਦੇ ਨਾਲ, ਅੱਖਾਂ ਦੇ ਨਾਲ ਵੇਖਦਾ ਹੈ। ਸਭ ਘਟ ਪ੍ਰਭੂ ਕੀ ਜੋਤ ਰਹਾਵੇ। ਸਾਰਿਆਂ ਘਟਾਂ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਪ੍ਰਭੂ ਦੀ ਜੋਤ ਦਾ ਵਾਸਾ ਹੈ। ਹੋਏ ਜੇ ਗੁਰਮੁਖ ਜਾਣੇ ਤਬਈ। ਹਾਂ, ਜੇ ਕੋਈ ਭਾਈ ਗੁਰਮੁਖ ਗੁਰੂ ਦੇ ਮਾਰਗ ਉੱਪਰ ਚੱਲਦਾ ਹੈ ਭਾਈ, ਉਹਨੂੰ ਹੀ ਇਸ ਖੇਡ ਦੀ ਸਮਝ ਹੈ। ਰਾਮ ਕਰ ਰਿਓ ਰਾਮ ਘਟ ਸਭਈ। ਜੋ ਸਾਹਿਬ ਪਰਿਪੂਰਨ ਪਰਮਾਤਮਾ ਜੋ ਰਮਿਆ ਹੋਇਆ ਰਾਮ, ਸਾਰਿਆਂ ਦੇ ਅੰਦਰ ਜਿਹੜਾ ਰਮਿਆ ਹੋਇਆ ਹੈ। ਰਮ ਕਰ ਰਾਮ ਰਵਿਓ ਸਭ ਮਾਹੀ, ਜਿਹੜਾ ਸਾਰਿਆਂ ਅੰਦਰ ਰਾਮ ਰਮਿਆ ਹੈ। ਕਬੇ ਨ ਮਨ ਮੁਖ ਮੁਗਧ ਪਛਾਨੇ। ਪਰ ਮਹਾਰਾਜ ਇਹ ਵੀ ਕਹਿਣ ਲੱਗੇ, ਜਿਵੇਂ ਪਿੱਛੇ ਕਹਿ ਕੇ ਆਏ ਹਨ, ਮਨਮੁਖ ਰਹਿਣ ਅੰਧਾਰ। ਮਨਮੁਖ ਇਸ ਬਾਤ ਨੂੰ ਨਹੀਂ ਸਮਝਦੇ। ਸਤਨਾਮ ਜੇ ਨਹੀਂ ਬਖਾਨੇ। ਉਹ ਆਪਣੀ ਰਸਨਾ ਤੋਂ ਪਰਿਪੂਰਨ ਪਰਮਾਤਮਾ ਦਾ ਨਾਮ ਸਤਨਾਮ ਕਦੇ ਵੀ ਨਹੀਂ ਉਚਾਰਦੇ। ਮੋਹ ਤਿਮਰ ਮੈਂ ਅੰਧੇ ਸੋਈ। ਉਹ ਕਹਿੰਦੇ ਆਪਣੇ ਅਗਿਆਨਤਾ ਦੇ ਹਨੇਰੇ ਅੰਦਰ, ਮੋਹ ਰੂਪੀ ਹਨੇਰੇ ਦੇ ਅੰਦਰ ਅੰਨੇ ਹੋਏ ਹਨ। ਉਹ ਅੰਨੇ ਹੋਏ ਹਨ ਮੋਹ ਰੂਪੀ ਹਨੇਰੇ ਦੇ ਅੰਦਰ, ਜਿਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਉਹਨਾਂ ਨੂੰ ਕੁਝ ਵੀ ਪਰਿਪੂਰਨ ਪਰਮਾਤਮਾ ਜੀ ਦਾ ਸਵਰੂਪ ਜਾਂ ਪਰਿਪੂਰਨ ਪਰਮਾਤਮਾ ਦੇ ਬਾਬਤ ਨਹੀਂ ਕੁਝ ਪਤਾ ਲੱਗਦਾ। ਮਹਾਰਾਜ ਕਿਉਂ? ਸਾਹਿਬ ਕਹਿਣ ਲੱਗੇ ਅੰਨੇ ਹਨ। ਮੋਹ ਰੂਪੀ ਜਿਹੜਾ ਹਨੇਰਾ ਹੈ ਉਹ ਅੱਖਾਂ ਉੱਪਰ ਚੜਿਆ ਹੈ। ਪ੍ਰਭ ਮਾਰਗ ਨੇ ਜਾਣੇ ਹੋਈ। ਪ੍ਰਭੂ ਦੇ ਮਾਰਗ ਨੂੰ ਭਾਈ ਉਹ ਨਹੀਂ ਜਾਣਦੇ। ਸੁਨ ਕਰ ਸੰਤ ਗਿਰਾ ਪੁਨ ਪ੍ਰਾਈ। ਫਿਰ ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬੋਲ ਸੁਣ ਕਰਕੇ ਫਿਰ ਉਹਨਾਂ ਨੇ ਮਹਾਰਾਜ ਜੀਆਂ ਨੂੰ ਬਚਨ ਕਹੇ। ਸਾਧੂ ਸੰਤ ਜਿਹੜੇ ਲੋਕ ਪਾਤਸ਼ਾਹ ਜੀਆਂ ਦੇ ਕੋਲ ਜੁੜੇ ਹੋਏ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਦੁਬਾਰਾ ਫਿਰ ਲੱਗੇ ਕਹਿਣ। ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਬੋਲ ਹਨ, ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਨ ਨਾਹੇ, ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਹੇ। ਮਹਾਰਾਜ ਕਹਿਣ ਲੱਗੇ ਭਾਈ ਅੰਨੇ ਉਹ ਨਹੀਂ ਜਿਨ੍ਹਾਂ ਕੋਲ ਅੱਖਾਂ ਨਹੀਂ ਹਨ। ਭਾਈ ਅੰਨੇ ਤਾਂ ਉਹ ਹਨ ਜਿਹੜੇ ਭਾਈ ਹੁੰਦਿਆਂ ਸੁਣਦਿਆਂ ਸਾਹਿਬ ਦਾ ਘਰ ਭੁੱਲ ਗਏ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਹੁੰਦਿਆਂ ਸੁਣਦਿਆਂ ਸਾਹਿਬ ਦੇ ਮਾਰਗ ਨੂੰ ਭਾਈ ਨਹੀਂ ਜਾਣ ਸਕੇ। ਫਿਰ ਉਹਨਾਂ ਸੰਤ ਜਨਾਂ ਨੇ ਮਹਾਰਾਜ ਜੀਆਂ ਨੂੰ ਫਿਰ ਬਚਨ ਕਿਹਾ, ਅੰਧੇ ਪਏ ਨੈਣ ਜਿਨ ਨਾਈ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਅੰਨੇ ਹੋ ਚੁੱਕੇ ਹਨ, ਚੰਦ ਸੂਰਜ ਨੇ ਦੇਖੇ ਸੋਈ। ਉਹ ਚੰਦ ਸੂਰਜ ਨੂੰ ਨਹੀਂ ਵੇਖ ਸਕਦੇ। ਚੱਕ ਹੋਵੇ ਪਿਖੇ ਪਲੇ ਸਭ ਕੋਈ। ਹਾਂ, ਜੇ ਨੇਤਰ ਹੋਣ ਮਹਾਰਾਜ ਉਹ ਫਿਰ ਸਾਰਿਆਂ ਨੂੰ ਵੇਖ ਲੈਣ। ਤਿੰਨ ਲੋਚਨ ਕੀ ਜੋਤ ਜੇ ਆਈ। ਮਹਾਰਾਜ ਜਿਹੜੀਆਂ ਉਹਨਾਂ ਅੱਖਾਂ ਦੀ ਜੋਤ ਹੈ, ਸੋ ਕਹੀਏ ਸੁਨ ਕਰ ਗੁਰ ਪ੍ਰਾਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਦੇ ਇਸ ਬਚਨ ਦਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉੱਤਰ ਦਿੱਤਾ। ਸਿੱਧ ਸਮਾਦ ਕਰੇ ਨਿਤ ਝਗਰਾ। ਸਿੱਧ ਸਮਾਦ ਕਰਹਿ ਨਿਤ ਝਗਰਾ। ਇਹ ਪਾਵਨ ਪਵਿੱਤਰ ਸ਼ਬਦ ਦਾ ਗੂਜਰੀ ਰਾਗ ਦਾ ਤੀਸਰਾ ਪਦਾ ਸ਼ਬਦ ਦਾ ਮਹਾਰਾਜ ਜੀਆਂ ਨੇ ਉਚਾਰਨ ਕੀਤਾ। ਕਹਿੰਦੇ ਜਿਹੜੇ ਸਾਧੂ ਜਨ ਲੋਕ ਸਿੱਧੀਆਂ ਰਿੱਧੀਆਂ ਸਿੱਧੀਆਂ ਲਾਉਣ ਵਾਲੇ ਕਰਹਿ ਨਿਤ ਝਗਰਾ, ਨਿਤਾ ਪ੍ਰਤ ਮਨ ਦੇ ਨਾਲ ਹੀ ਝਗੜਦੇ ਰਹਿੰਦੇ ਹਨ। ਮਨ ਦੇ ਨਾਲ ਹੀ ਮਨ ਨੂੰ ਜਿੱਤਣਾ ਚਾਹੁੰਦੇ ਹਨ। ਹੱਠ ਦੇ ਨਾਲ ਮਨ ਨੂੰ ਜਿੱਤਣਾ ਚਾਹੁੰਦੇ ਹਨ। ਦੋਇ ਲੋਚਨ ਕਿਆ ਹੀਰੇ। ਉਹ ਭਲਾ ਇਹਨਾਂ ਨਾਲ ਅੱਖਾਂ ਨਾਲ ਕੀ ਤੱਕ ਸਕਦੇ ਹਨ। ਅੰਤਰ ਜੋਤ ਸ਼ਬਦ ਤੁਨ ਜਾਗੇ। ਹਾਂ, ਜੇਕਰ ਅੰਦਰ ਵਾਲੀ ਜੋਤ ਪਰਿਪੂਰਨ ਪਰਮਾਤਮਾ ਦੀ ਰਹਿਮਤ ਦੇ ਨਾਲ ਜਗ ਪਵੇ। ਸਤਿਗੁਰ ਝਗਰ ਨਿਬੇਰੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਅੰਦਰ ਵਾਲਾ ਝਗੜਾ ਪਰਿਪੂਰਨ ਪਰਮਾਤਮਾ ਸਾਹਿਬ ਨਿਬੇੜ ਦੇਣ।
सिद्ध समाद करै नित झगड़ा दुहि लोचन क्या ही रैं अंतर जोत शब्द धुन जागै सतगुर झगर नबेरे। मालक सच्चे पातशाह रहमत करन अंदर वाली जोत जगा देन तथा अंदर वाला ये झगड़ा परिपूर्ण परमात्मा साहिब सच्चे पातशाह जी आप निबेड़ देन। चौपाई आगे सदा झगर ए पयो अगे सदा ही एहो झगड़ा बनया रहा। सिद्ध साध सब हिन ने कियो जिन्हां सिद्धा साधा ने सबना ने एहो झगड़ा कीता। नेत्रन बिके चाम कै पानी इन्हां अखां दे अंदर मास जां पानी है। सब जानत ए बात न छानी सब जानते हन पर ए बात प्रतख दसी नहीं। इनमें देखत वस्त सो क्या है। हे परिपूर्ण परमात्मा सतगुरु गुरु नानक देव महाराज जीओ इन्हां विच जो वेखण वाली वस्तु उस जोत दे बाबत उन्हां सिद्धां नूं ज्ञान नहीं है। उन्हां सिद्धां नूं उस परिपूर्ण परमात्मा दी इस जोत दे बाबत ज्ञान नहीं। आगे यूं ही झगर किया है उन्हां ने अगे सदीवी उन्हां ने इसे प्रकार प्रथम धन श्री गुरु नानक देव महाराज सच्चे पातशाह जीओ उन्हां ने झगड़ा ही कीता है। सतगुरु श्री गुरु नानक देव महाराज सच्चे पातशाह जियां ने पावन पवित्र जो शब्द दे 4 पदे हन तीसरे पदे तक महाराज सच्चे पातशाह जियां ने जोत दे बाबत अखां दी जोत दे बाबत धन श्री गुरु नानक देव महाराज सच्चे पातशाह उन्हां साधु लोकां दे नाल बचन बिलास कर रहे हन। तिन्हां दा प्रश्न है हे साहिब जी अखां विच वेखण वाली जोत उस परिपूर्ण परमात्मा अंदर किहड़ी शक्ति है जो संसार नूं वेखदी है। धन श्री गुरु नानक देव महाराज सच्चे पातशाह जी ये उत्तर बयान पे कर रहे हैं। उस परिपूर्ण परमात्मा की बेअंतताई जिहदा बाबत कोई अंत नहीं पा सकिया महाराज उस परिपूर्ण परमात्मा नूं नमस्कार कर रहे हैं। साध संगत जीओ इत्थे ही समा समाप्त है। कल नूं इथों ही पावन पवित्र कथा विचार गुरु की रहमत गुरु की असीस दे नाल आपां प्रारंभ करांगे। विचारां करदियां होइयां बेअंत बेअंत भुल्लां दी खिमा। वाहिगुरु 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 वाहिगुरु। हे अच्युत हे पार ब्रह्मा अनासी अगनास हे पूरन हे सर्वमय सुख पंजन गुणतास हे संगी हे निरंकार हे